ਫਾਦਰ ਸਾਹਿਬ ਮਿਲਟਰੀ ਜੋ ਰਿਟਾਇਰ ਹੋ ਕੇ ਆਏ, ਧਾਗੇ ਤਬੀਤਾਂ ਦਾ ਨਾਲ ਕੰਮ ਸਿੱਖਣ ਲੱਗੇ, ਕਰਨ ਵੀ ਲੱਗੇ। ਹਾਂਜੀ, ਇਹ ਤੁਸੀਂ ਚੰਗਾ ਪੰਗਾ ਪਾ ਲਿਆ, ਤੁਸੀਂ ਅੰਮ੍ਰਿਤਧਾਰੀ ਹੋ ਕੇ ਆਪਣੇ ਆਪ ਨੂੰ ਤੋਪ ਸਮਝਣ ਲੱਗੇ, ਫਲਾਣਾ ਕਰਨ, ਇਦਾਂ ਦੀਆਂ ਗੱਲਾਂ ਕਰਨੀਆਂ। ਮੰਨ ਲਿਆ ਕਿਤੇ ਮੈਂ ਗੁਰਦੁਆਰਾ ਸਾਹਿਬ ਚਲਿਆ ਗਿਆ, ਕੰਮ ਕੁੰਮ ਛੱਡ ਕੇ ਤੂੰ ਗੁਰਦੁਆਰੇ 'ਚ ਘੁੰਮਣ ਲੱਗ ਗਿਆ। ਫਾਦਰ ਸਾਹਿਬ ਨਹੀਂ ਜਾਂਦੇ ਸੀ ਗੁਰਦੁਆਰਾ ਸਾਹਿਬ? ਇਹ ਨਹੀਂ ਕਦੇ ਬੜੇ, ਫਿਰ ਵੀ ਨਾ ਇਹ ਥੋੜਾ ਮੂੰਹ ਮੋਟਾ ਕਰਦੇ ਹੁੰਦੇ ਸੀ ਵੀ ਤੁਸੀਂ ਆਏ ਆ ਇੱਥੇ, ਤੁਸੀਂ ਗੁਰਦੁਆਰਾ ਸਾਹਿਬ ਲੰਘੇ, ਸਾਡੇ ਵਾਲੇ ਪਾਸੇ ਆਉਣਾ ਪੈਣਾ ਤੈਨੂੰ। ਇਹ ਹਾਂ, ਤੰਤਰਿਕ ਪਾਸੇ ਜਾਂ ਜਿਸ ਤਰ੍ਹਾਂ ਆਮ ਘਰਾਂ ਦੇ ਵਿੱਚ ਆਪਾਂ ਮੱਥੇ ਟੇਕਦੇ ਦੇਵੀ ਦੇਵਤਿਆਂ ਨੂੰ, ਉਸ ਤਰੀਕੇ ਨਾਲ ਅੰਮ੍ਰਿਤ ਛਕ ਲਿਆ ਤੁਸੀਂ, ਪਰ ਇਹ ਹੁਣ ਤੁਹਾਨੂੰ ਕਰਨਾ ਪੈਣਾ। ਇਹ ਚੌਂਕੀ ਲਵਾਉਣੀ ਹੈ, ਤੁਸੀਂ ਵਡੇਲ ਲਵਾਉਣੀ ਪੈਣੀ ਹੈ ਤੁਹਾਨੂੰ ਬਈ, ਇਹਦੇ ਬਿਨਾਂ ਸਰਨਾ ਨਹੀਂ ਤੁਹਾਡਾ। ਤੂੜੀ ਪਾਉਂਦੇ ਸੀ ਉਹਦੇ 'ਚ, ਤੂੜੀ ਤੋਂ ਵਿਹਲਾ ਹੋਇਆ ਸੀਗਾ ਉਹ, ਇੱਕ ਮੰਜਾ ਹੁੰਦਾ ਸੀ, ਥੱਲੇ ਨੂੰ ਪੈ ਜਾਂਦੇ, ਮੰਜੇ ਦੇ ਬੱਚੇ ਪੈ ਜਾਂਦੇ, ਉਹ ਮੰਜਾ ਵੀ ਕੱਢ ਕੇ ਕਈ ਵਾਰੀ ਸੜਕ ਤੇ ਗਿਰਿਆ, ਭਗਾ ਕੇ ਮਾਰਿਆ, ਚਲੋ ਇੱਥੋਂ ਭੱਜੋ। ਜਦੋਂ ਝਗੜਾ ਹੁੰਦਾ ਸੀ ਇਹਨਾਂ ਨੇ ਮੈਨੂੰ ਬੇਦਖਲ ਕੀਤਾ, ਮੈਨੂੰ ਝਟਕਾ ਵੀ ਲੱਗਿਆ ਕਿ ਕਦੇ ਸੁਣੀ ਨਹੀਂ ਸੀ ਇਹੋ ਜਿਹੀ ਗੱਲ ਵੀ ਬੇਦਖਲ ਐ ਮਾਂ ਪਿਓ ਕਰ ਦਿੰਦੇ ਹੁੰਦੇ ਇਸ ਗੱਲ ਪਿੱਛੇ। ਥੱਕ ਜਾਂਦੇ, ਟੁੱਟ ਜਾਂਦੇ, ਅਸੀਂ ਬਹੁਤ ਲੱਤਾਂ ਘੜੀਸ ਘੜੀਸ ਤੁਰਦੇ ਹਾਂ ਅਸੀਂ। ਜਦੋਂ 1-1:30 ਵੱਜ ਜਾਵੇ, ਸਿੰਗੜੀ ਵੀ ਸਰੀਰ ਥੋੜਾ ਜਿਹਾ ਭਾਰਾ ਹੋਣ ਕਰਕੇ ਤਕਲੀਫ ਮਹਿਸੂਸ ਕਰਦੀ ਹੈ, ਪਰ ਉਹ ਵਿਚਾਰੀ ਆਪਣਾ ਲੱਗੀ, ਉਹਨੂੰ ਵੀ ਲਾਲਚ ਹੈ ਵੀ ਚਲੋ 2 ਪੈਸੇ ਬਣਦੇ ਆ, ਬਣ ਜਾਏਗਾ। ਹਾਂ, 2-3 ਸਾਲ 'ਚ ਥੋੜਾ ਥੋੜਾ ਇਕੱਠਾ ਕਰਕੇ ਅਸੀਂ ਵੀ ਛੋਟਾ ਮੋਟਾ ਮਕਾਨ ਵਸਾ ਲੂੰਗੇ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ, ਮੈਂ ਸੰਸਾਰਦੀਪ ਸਿੰਘ ਹਾਂ। ਕਹਿੰਦੇ ਨੇ ਕਿ ਜਦੋਂ ਇੱਕ ਇਨਸਾਨ ਜਨਮ ਲੈ ਲੈਂਦਾ ਹੈ ਤਾਂ ਉਸ ਦੇ ਜਨਮ ਦੇ ਨਾਲ ਹੀ ਉਸ ਵਿਅਕਤੀ ਦੇ ਸੰਘਰਸ਼ ਦੀ ਕਹਾਣੀ ਸ਼ੁਰੂ ਹੋ ਜਾਂਦੀ ਆ। ਹਰ ਕਿਸੇ ਵਿਅਕਤੀ ਦੇ ਸੰਘਰਸ਼ ਦੀ ਕਹਾਣੀ ਵੱਖ-ਵੱਖ ਆ, ਪਰ ਇਸ ਸੰਘਰਸ਼ ਦੇ ਵਿੱਚੋਂ ਨਿਕਲ ਕੇ ਕਾਮਯਾਬੀ ਦੀਆਂ ਪੌੜੀਆਂ ਕੁਝ ਵਿਰਲੇ ਹੀ ਲੋਕ ਚੜ੍ਹਦੇ ਨੇ। ਗੁਰਦੁਆਰਾ ਸੋਹਾਣਾ ਸਾਹਿਬ ਮੋਹਾਲੀ ਦੇ ਬਿਲਕੁਲ ਨਾਲ ਲੱਗਦੇ ਇੱਕ ਢਾਬੇ ਦੇ ਵਿੱਚ ਅਸੀਂ ਬੈਠੇ ਹਾਂ। ਇੱਥੇ ਕੋਈ ਅਸੀਂ ਫੂਡ ਸਟੋਰੀ ਕਵਰ ਕਰਨ ਦੇ ਲਈ ਨਹੀਂ, ਜਾਂ ਇੱਥੇ ਇਸ ਢਾਬੇ ਦੇ ਉੱਪਰ ਖਾਣਾ ਖਾਣ ਦੇ ਲਈ ਨਹੀਂ, ਬਲਕਿ ਇਸ ਢਾਬੇ ਦੇ ਮਾਲਕ ਦੇ ਸੰਘਰਸ਼ ਦੀ ਕਹਾਣੀ ਲੈ ਕੇ ਸਾਹਮਣੇ ਆਇਆ। ਕਿੱਦਾਂ ਇਸ ਦੇ ਵੱਲੋਂ ਆਪਣੇ ਪਰਿਵਾਰ ਤੋਂ ਬਾਗੀ ਹੋਇਆ ਗਿਆ, ਆਪਣੇ ਪਿਤਾ ਤੋਂ ਬਾਗੀ ਹੋਇਆ ਗਿਆ ਤੇ ਸੰਘਰਸ਼ ਆਪਣਾ ਸ਼ੁਰੂ ਕੀਤਾ ਗਿਆ। ਇਹਨਾਂ ਦੇ ਮੁਤਾਬਕ ਸੰਘਰਸ਼ ਅੱਜ ਵੀ ਜਾਰੀ ਆ, ਪਰ ਢਾਬੇ ਦੇ ਉੱਪਰ ਆ ਕੇ ਕਿਤੇ ਨਾ ਕਿਤੇ ਕਾਮਯਾਬ ਹੁੰਦੇ ਜ਼ਰੂਰ ਦਿਖ ਰਹੇ ਨੇ। ਸਿੰਘ ਸਾਹਿਬ ਹਰਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ ਕਿ ਆਖਰ ਸੰਘਰਸ਼ ਦੀ ਕਹਾਣੀ ਕੀ ਆ, ਕੀ ਕਾਰਨ ਬਣੇ ਜਿਹੜੇ ਇਹਨਾਂ ਨੂੰ ਆਪਣੇ ਪਿਤਾ ਤੋਂ ਹੀ ਬਾਗੀ ਹੋਣਾ ਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ, ਜਿੱਦਾਂ ਮੈਂ ਕਿਹਾ ਕਿ ਸੰਘਰਸ਼ ਦੀ ਕਹਾਣੀ ਤਾਂ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਇੱਕ ਵਿਅਕਤੀ ਦੇ। ਤੁਹਾਡਾ ਵੀ ਆਪਣਾ ਸੰਘਰਸ਼ ਆ, ਕਾਫੀ ਹਾਲਾਤ ਇੱਦਾਂ ਦੇ ਬਣੇ ਕਿ ਪਿਤਾ ਤੋਂ ਬਾਗੀ ਹੋਣਾ ਪਿਆ, ਕੀ ਕਹਾਣੀ ਹੈ? ਮੇਰਾ ਏਰੀਆ ਹੈਗਾ ਰਾਜਪੁਰਾ, ਪਿੰਡ ਪੈਂਦਾ ਮੰਡੌਲੀ ਰਾਜਪੁਰੇ ਦੇ ਵਿੱਚ, ਅਤੇ ਉੱਥੇ ਜੰਮ ਪਾਣਾ, ਉੱਥੇ ਦੇ ਮਤਲਬ ਆਪਾਂ 20-22 ਸਾਲ ਯਾਨੀ ਉੱਥੇ ਪਰਿਵਾਰ 'ਚ ਰਹੇ। 2000 ਦੇ ਵਿੱਚ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ ਮੈਂ। ਅੱਛਾ, ਕਿੰਨੀ ਉਮਰ ਸੀ ਉਸ ਸਮੇਂ? ਕਰੀਬਨ 25 ਸਾਲ। ਅੱਛਾ, 25 ਸਾਲ ਸੀਗੀ। ਬੱਚੇ ਸੀਗੇ 4 ਮੇਰੇ ਕੋਲ ਉਸ ਟਾਈਮ। ਮੈਰਿਜ ਹੋ ਚੁੱਕੀ ਸੀ? ਅੱਛਾ, ਤੁਹਾਡੀ? ਹਾਂ ਜੀ, ਮੈਰਿਜ ਮੇਰੀ ਕਾਫੀ ਦੇਰ ਪਹਿਲਾਂ ਹੋ ਗਈ ਸੀ। ਮੇਰੀ 92 ਦੇ ਵਿੱਚ 92-93 'ਚ ਮੇਰੀ ਮੈਰਿਜ ਹੋ ਗਈ ਸੀ। ਹਾਂਜੀ, ਛੋਟੀ ਉਮਰ 'ਚ 18 ਸਾਲ ਦੀ ਉਮਰ 'ਚ ਹੋ ਗਈ ਸੀ ਮੇਰੀ ਮੈਰਿਜ। ਹਾਂਜੀ, ਅਤੇ 4 ਬੱਚੇ ਸੀ ਮੇਰੇ ਕੋਲ, ਅਤੇ ਵਧੀਆ ਚੱਲ ਰਿਹਾ ਸੀ, ਠੀਕ ਠਾਕ। ਮਤਲਬ ਵਧੀਆ ਤਾਂ ਨਹੀਂ ਕਹਿ ਸਕਦੇ, ਕਿਰਤੀ ਫੈਮਿਲੀ ਹੈ, ਠੀਕ ਠਾਕ ਜਿਵੇਂ ਆਮ ਫੈਮਿਲੀ ਦਾ ਚੱਲਦਾ ਹੁੰਦਾ ਚੱਲ ਰਿਹਾ ਸੀ। ਕੰਮਕਾਰ ਕਰ ਰਹੇ ਸੀ, ਮਤਲਬ ਕੰਮਕਾਰ ਤਾਂ ਮਤਲਬ ਇਹੋ ਜਿਹਾ ਹੀ ਸੀ ਜਿਵੇਂ ਦਿਹਾੜੀ ਦੱਪੇ ਵਾਲੀ ਕੰਮ ਸੀ ਨਾ ਜੀ, ਅਤੇ ਠੀਕ ਸੀਗਾ। ਅਤੇ ਫਾਦਰ ਸਾਹਿਬ ਮਿਲਟਰੀ ਜੋ ਰਿਟਾਇਰ ਹੋ ਕੇ ਆਏ, ਉਹਨਾਂ ਨੇ ਕੰਮ ਸ਼ੁਰੂ ਕਰ ਲਿਆ, ਯਾਨੀ ਕੰਮ ਵੀ ਨਹੀਂ ਕਹਿ ਸਕਦੇ, ਕੰਮ ਵੀ ਕਰਦੇ ਸੀ ਉੱਦਾਂ, ਧਾਗੇ ਤਬੀਤਾਂ ਦਾ ਨਾਲ ਕੰਮ ਸਿੱਖਣ ਲੱਗੇ, ਕਰਨ ਵੀ ਲੱਗੇ। ਹਾਂਜੀ, ਅਤੇ ਉਹ ਕਾਫੀ ਦੇਰ ਚੱਲਦਾ ਰਿਹਾ। ਅਸੀਂ ਨਾਲ ਹੀ ਸੀਗੇ ਉਸ ਟਾਈਮ ਵਿੱਚ, ਫੈਮਿਲੀ ਦੇ ਜਿਸ ਤਰ੍ਹਾਂ ਆਮ ਹੁੰਦੇ ਆ ਨਾ ਜੀ। ਪਰ ਕੁਛ ਜਦੋਂ ਮੈਂ 2000 ਦੇ ਵਿੱਚ ਅੰਮ੍ਰਿਤ ਛਕਿਆ, ਫਿਰ ਸਾਡੇ ਵਿਚਾਰਕ ਮਤਭੇਦ ਹੋਣੇ ਸ਼ੁਰੂ ਹੋ ਗਏ, ਵਿਚਾਰ ਸਾਡੇ ਬਦਲ ਗਏ ਹੈ ਨਾ, ਇੱਕ ਦੂਜੇ ਦੇ ਖਿਲਾਫ ਹੋ ਗਏ। ਐਂ ਖਿਲਾਫ ਨਹੀਂ ਹੋਏ ਵੀ ਮਤਲਬ ਤੰਤਰ ਮੰਤਰ ਕਰਦੇ ਐ, ਇਸ ਤਰ੍ਹਾਂ ਖਿਲਾਫ ਹੋ ਗਏ ਵੀ ਮੈਂ ਆਪਣੇ ਪਰਿਵਾਰ ਨੂੰ ਅਲੱਗ ਕਰ ਲਿਆ, ਮਤਲਬ ਅੰਮ੍ਰਿਤ ਛਕਾ ਲਿਆ। ਫਿਰ ਉਹ ਜਿਹੜੀਆਂ ਸਾਡੇ ਮਨੌਤਾਂ ਸੀਗੀਆਂ ਪਰਿਵਾਰਕ, ਜਿਵੇਂ ਬਲੀਆਂ ਦੇਣੇ, ਬੱਕਰੇ ਮੁਰਗਿਆਂ ਦਾ ਕੰਮ ਹੈ ਨਾ, ਉਹ ਕਰਦੇ ਆ ਆਮ, ਉਹ ਮਨੌਤਾਂ ਤੋਂ ਮੈਂ ਬਾਗੀ ਹੋ ਗਿਆ।
ਮੈਂ ਸਾਈਡ ਤੇ ਹੋ ਗਿਆ ਉਹਨਾਂ ਤੋਂ। ਫਿਰ ਉਹ ਮੈਨੂੰ ਸਮਝਾਉਂਦੇ ਸੀ ਵੀ ਇਹ ਕੰਮ ਆਪਾਂ ਨੂੰ ਕਰਨਾ ਪੈਣਾ, ਕਿਉਂਕਿ ਸਾਡੇ ਕੁਲ 'ਚ ਲੱਗੇ ਹੋਏ ਆ ਪਹਿਲਾਂ ਤੋਂ। ਅੱਛਾ, ਤੁਹਾਡੇ ਪਹਿਲਾਂ ਪਰਿਵਾਰ ਪੁਰਾਣਾ ਕਰਦਾ ਰਹਿੰਦਾ ਹੈ? ਕਰਦਾ ਰਹਿੰਦਾ ਜੀ, ਹਾਂ ਕਰਦੇ ਸੀਗੇ, ਕਰਦੇ ਹੈ, ਔਰ ਸ਼ਾਇਦ ਕਰਦੇ ਰਹਿਣਗੇ, ਕਿਉਂਕਿ ਉਹ ਸੌਖਾ ਜਿਹਾ ਨਿਕਲਦੇ ਨਹੀਂ ਹੁੰਦੇ, ਸੌਖਾ ਜਿਹਾ ਨਹੀਂ ਸਾਡੇ ਲੋਕ ਨਿਕਲਦੇ। ਜੇ ਨਿਕਲਦੇ ਆ ਤਾਂ ਭੈ ਮਾਰਦਾ ਸਾਨੂੰ, ਹੈ ਨਾ, ਬੱਚਿਆਂ ਦਾ ਭੈ ਹੁੰਦਾ, ਮਤਲਬ ਮੌਤ ਦਾ ਭੈ, ਮਰਨ। ਕਹਿੰਦੇ ਨੇ ਕਿ ਪੁਰਾਣੇ ਜਿਹੜੇ ਬਜ਼ੁਰਗ ਨੇ ਉਹ ਰੁੱਸ ਜਾਣਗੇ, ਸਾਡੇ ਇਦਾਂ ਦੇ ਵੀ ਹਨਾ ਗੱਲਾਂ ਬਾਤਾਂ। ਹਾਂ ਬਜ਼ੁਰਗ, ਹਾਂ ਪੂਰਵਜ ਸਾਡੇ ਰੁੱਸ ਜੂਗੇ, ਜਾਂ ਸਾਡੇ ਦੇਵਤੇ ਰੁੱਸ ਜੂਗੇ, ਬੱਚਿਆਂ ਨੂੰ ਨੁਕਸਾਨ ਪਹੁੰਚਾਉਂਗੇ, ਮਾਰ ਵੀ ਸਕਦੇ ਆ, ਇਦਾਂ ਦੀਆਂ ਗੱਲਾਂ ਹੁੰਦੀਆਂ। ਤੇ ਉਸ ਭੈ ਦੇ ਡਰ ਦੇ ਮਾਰੇ ਸਾਡੇ ਅਸੀਂ ਲੋਕ ਨਹੀਂ ਨਿਕਲਦੇ। ਪਰ ਮੇਰੇ ਤੇ ਰਹਿਮਤ ਹੋਈ ਮਹਾਰਾਜ ਸੱਚੇ ਪਾਤਸ਼ਾਹ ਦੀ, ਹੈ ਨਾ ਜੀ। ਤੇ ਮੈਨੂੰ ਬਾਹੋਂ ਫੜ ਕੇ ਕੱਢ ਲਿਆ। ਮੈਨੂੰ ਉਮੀਦ ਨਹੀਂ ਸੀ, ਆਸ ਨਹੀਂ ਸੀ ਵੀ ਮੈਨੂੰ ਕਦੇ ਮੈਂ ਸੋਚਿਆ ਵੀ ਨਹੀਂ ਸੀ ਵੀ ਅੰਮ੍ਰਿਤ ਛਕ ਕੇ ਸਿੰਘ ਸਜੂਗਾ। ਐਵੇਂ ਹੀ ਕਹਿ ਦਮ ਹੋ ਨਾ ਹੀ ਕਦੇ ਆਈ ਨਹੀਂ, ਯਾਦ ਹੀ ਨਹੀਂ ਇਸ ਗੱਲ ਦਾ ਦਿਮਾਗ 'ਚ। ਅੰਦਰੋਂ ਸਿੱਖੀ ਸੀ, ਕਿਉਂਕਿ ਮੇਰੇ ਦਾਦਾ ਜੀ ਨਿਹੰਗ ਸਿੰਘ ਸੀਗੇ। ਫੈਮਿਲੀ ਸਿੱਖ ਹੈ ਸਾਡੀ, ਅਸੀਂ ਫੈਮਿਲੀ ਮਤਲਬ ਸਾਰੇ ਹੀ ਜਿੰਨੇ ਵੀ ਕਹਿ ਸਕਦੇ ਹਾਂ ਰੰਘਰੇਟੇ ਸਿੱਖ ਹੈ, ਆਪਾਂ ਸਿੱਖ ਹੈ। ਪਰ ਉਹ ਕਦੇ, ਕਿਉਂਕਿ ਸਾਨੂੰ ਮਾਹੌਲ ਨਹੀਂ ਉਹੋ ਜਿਹੇ ਮਿਲੇ। ਸਾਨੂੰ ਸਾਰਿਆਂ ਨੂੰ, ਮੈਂ ਆਪਣੀ ਇੱਕ ਇਕੱਲੇ ਦੀ ਗੱਲ ਨਹੀਂ ਕਰਦਾ, ਜਿੰਨੇ ਵੀ ਮਤਲਬ ਸਾਡੇ ਲੋਕ ਹੈ, ਸਾਨੂੰ ਮਾਹੌਲ ਨਹੀਂ ਮਿਲਦਾ ਉਹੋ ਜਿਹਾ। ਪਰ ਮੇਰੇ ਤੇ ਮਹਾਰਾਜ ਦੀ ਰਹਿਮਤ ਹੋਈ ਹੈ। ਕੋਈ ਐ ਨਹੀਂ ਵੀ ਮੈਂ ਸੰਗਤ ਕੀਤੀ ਹੈ ਇੱਦਾਂ ਕਰਕੇ ਹੋਇਆ, ਨਾ ਕੁਦਰਤੀ ਬਸ ਅੰਦਰੋਂ ਜਾਗ ਲੱਗੀ ਤੇ ਮਨ 'ਚ ਵਿਚਾਰ ਆਈ ਵੀ ਅੰਮ੍ਰਿਤ ਛਕ ਕੇ ਸਿੰਘ ਸਜਣਾ ਚਾਹੀਦਾ। ਤੇ ਸਿੰਘ ਸਜ ਗਏ ਤੇ ਫਿਰ ਪਰਿਵਾਰ ਨਾਲ ਮਤਲਬ ਤਕਰਾਰਬਾਜੀ ਹੋਣੀ ਸ਼ੁਰੂ ਹੋ ਗਈ। ਅੱਛਾ, ਤੁਸੀਂ ਕਿਹਾ ਕਿ 2000 ਸਨ ਦੇ ਵਿੱਚ ਤੁਸੀਂ ਸਿੰਘ ਸਜ ਗਏ, ਗੁਰੂ ਦੇ ਜਹਾਜ਼ੇ ਜਿਹੜਾ ਚੜ੍ਹ ਗਏ ਤੁਸੀਂ। ਫਾਦਰ ਸਾਹਿਬ ਦੇ ਨਾਲ ਮਤਭੇਦ ਸ਼ੁਰੂ ਹੋ ਗਏ ਜਦੋਂ ਗੁਰੂ ਸਾਹਿਬ ਦੇ ਸ਼ਸਤਰ ਪਾ ਕੇ ਤੁਸੀਂ ਸ਼ਸਤਰਧਾਰੀ ਹੋ ਕੇ ਪਰਿਵਾਰ ਦੇ ਵਿੱਚ ਪਹਿਲੀ ਵਾਰ ਆਉਂਦੇ ਹੋ। ਫਾਦਰ ਸਾਹਿਬ ਦਾ ਸਾਹਮਣਾ ਪਹਿਲੀ ਵਾਰ ਹੁੰਦਾ, ਪਹਿਲਾ ਰਿਐਕਸ਼ਨ ਕੀ ਹੁੰਦਾ? ਇੱਕ ਤਾਂ ਫੌਜੀ, ਕਿਉਂਕਿ ਫੌਜੀ ਵੈਸੇ ਹੀ ਕਹਿੰਦੇ ਨੇ ਕਿ ਸਖਤ ਸੁਭਾਅ ਦੇ ਮਾਲਕ ਹੁੰਦੇ ਨੇ, ਉਹਨਾਂ ਦਾ ਪਹਿਲਾ ਰਿਐਕਸ਼ਨ ਕੀ ਹੁੰਦਾ? ਉਹ ਇੱਦਾਂ ਤਾਂ ਨਹੀਂ ਹੈ ਵੀ ਸਾਡੀ ਕੋਈ ਐਂ ਗੱਲ ਨਹੀਂ ਹੋਈ ਹੈ ਵੀ ਆਹ ਤੂੰ ਕਿਆ ਕਰ ਲਿਆ, ਕਿਉਂਕਿ ਸੰਸਾਰ 'ਚ ਰਹਿ ਰਹੇ ਹਾਂ, ਲੋਕਾਂ 'ਚ ਰਹਿ ਰਹੇ ਹਾਂ, ਹਰ ਬੰਦਾ ਕਹਿੰਦਾ ਵੀ ਚੰਗਾ ਕਰਿਆ, ਹੈ ਨਾ ਜੀ। ਤੇ ਉਹਨਾਂ ਨੂੰ ਇਸ ਗੱਲ ਨੂੰ ਤਾਂ ਹੈ ਸੀ ਵੀ ਜੇ ਮੈਂ ਕਹੂੰਗਾ ਵੀ ਆਹ ਮਾੜਾ ਕਰਿਆ ਤਾਂ ਲੋਕ ਮਤਲਬ ਦੁਨੀਆ ਕਿਆ ਕਹੇਗੀ। ਉਹ ਇਨਡਾਇਰੈਕਟਲੀ, ਸਿੱਧਾ ਨਹੀਂ ਸੀ, ਕਿਉਂਕਿ ਮੈਂ ਫੈਮਿਲੀ ਵਾਲਾ ਸੀ, ਪਰਿਵਾਰ ਵਾਲਾ ਸੀ। ਜੇ ਤਾਂ ਮੈਂ ਹੁੰਦਾ ਕੁਆਰਾ ਜਾਂ ਬੱਚਾ ਜਾਂ ਉੱਦਾਂ ਦਾ ਹੁੰਦਾ 20 ਸਾਲ, 18 ਸਾਲ, 15 ਸਾਲ ਵਾਲਾ, ਫਿਰ ਤਾਂ ਉਹ ਮੈਨੂੰ ਥੋੜ੍ਹਾ ਧੱਕਾ ਵੀ ਕਰਦੇ ਮੇਰੇ ਨਾਲ, ਹੈ ਨਾ, ਉਸ ਤਰੀਕੇ ਨਾਲ। ਉਹ ਇਨਡਾਇਰੈਕਟਲੀ ਕਿਸੇ ਗੱਲ ਨੂੰ ਲੈ ਕੇ, ਕਿਸੇ ਛੋਟੀ ਗੱਲ ਨੂੰ ਲੈ ਕੇ ਵਧਾ ਲੈਣਾ, ਸਿੱਧਾ, ਹਾਂ ਛੋਟੀ ਗੱਲ ਨੂੰ ਵਧਾ ਕੇ ਕਰਨਾ। ਇਹ ਤੁਸੀਂ ਚੰਗਾ ਪੰਗਾ ਪਾ ਲਿਆ, ਤੁਸੀਂ ਅੰਮ੍ਰਿਤਧਾਰੀ ਹੋ ਕੇ ਆਪਣੇ ਆਪ ਨੂੰ ਤੋਪ ਸਮਝਣ ਲੱਗ ਗਏ, ਫਲਾਣਾ ਕਰਨ, ਇੱਦਾਂ ਦੀਆਂ ਗੱਲਾਂ ਕਰਨੀਆਂ। ਮਤਲਬ ਛੋਟੇ ਛੋਟੇ ਕਮੈਂਟ ਮਾਰਨੇ ਜਿਹੜੇ ਮਤਲਬ ਸਾਨੂੰ ਲੱਗਣਾ ਵੀ ਹਾਂ ਇਹ ਇਸ ਕਰਕੇ ਹੋ ਰਿਹਾ। ਮੰਨ ਲਿਆ ਕਿਤੇ ਮੈਂ ਗੁਰਦੁਆਰਾ ਸਾਹਿਬ ਚਲਿਆ ਗਿਆ, ਕੰਮ ਕੁੰਮ ਛੱਡ ਕੇ ਤੂੰ ਗੁਰਦੁਆਰੇ 'ਚ ਘੁੰਮਣ ਲੱਗ ਗਿਆ ਹੋਣਾ ਹੈ, ਮਤਲਬ ਇੱਦਾਂ ਦੀਆਂ ਗੱਲਾਂ। ਫਾਦਰ ਸਾਹਿਬ ਨਹੀਂ ਜਾਂਦੇ ਸੀ ਗੁਰਦੁਆਰਾ ਸਾਹਿਬ? ਉਹ ਬੇਸ਼ੱਕ ਚਲੋ ਤੰਤਰ ਵਿੱਦਿਆ ਦੇ ਵਿੱਚ ਜਾਂ ਧਾਗੇ ਤਵੀਤਾਂ ਦੇ ਵਿੱਚ ਉਲਝੇ ਸੀ, ਪਰ ਗੁਰਦੁਆਰਾ ਸਾਹਿਬ ਜਾਂਦੇ ਸੀ ਫਾਦਰ ਸਾਹਿਬ? ਬਹੁਤ ਘੱਟ, ਨਾ ਮਾਤਰ, ਕਦੇ ਮੈਂ ਤਾਂ ਨਹੀਂ ਦੇਖੇ ਗਏ। ਮਤਲਬ ਮੇਰੇ ਸੋਝੀ 'ਚ, ਮੇਰੀ ਸੁਰਤ 'ਚ ਮੈਂ ਕਦੇ ਉਹਨਾਂ ਗੁਰਦੁਆਰੇ 'ਚੋਂ ਨਿਕਲਦਾ ਨਾ ਵੜਦਾ ਦੇਖਿਆ। ਸਾਡੇ ਨੇੜੇ ਹੀ ਗੁਰਦੁਆਰਾ ਸਾਹਿਬ ਹੈ, ਨਹੀਂ। ਉਹ ਫਤਿਹਗੜ੍ਹ ਸਾਹਿਬ ਵੀ ਜੋਬ ਕੀਤੀ ਹੈ ਉਹਨਾਂ ਨੇ, ਪਰ ਨਹੀਂ ਸਾਡੀ ਮਹਾਨ ਧਰਤੀ ਦੇ ਉੱਪਰ ਰਹਿ ਕੇ ਵੀ। ਨਾ ਮੇਰੀ ਮਾਤਾ ਜੀ ਵੀ ਕਹਿੰਦੀ ਸੀ, ਜਦੋਂ ਰਿਟਾਇਰਮੈਂਟ ਹੋਈ ਉਸ ਦਿਨ ਵੀ ਮੇਰੀ ਮਾਤਾ ਨੇ ਕਿਹਾ ਵੀ ਅੱਜ ਤਾਂ ਲਾਸਟ ਦਿਨ ਹੈ, ਵੀ ਅੱਜ ਤਾਂ ਜਾਇਆ ਗੁਰਦੁਆਰਾ ਸਾਹਿਬ ਉੱਥੇ ਰਹਿੰਦੇ ਹੋਏ। ਫਿਰ ਉਹ ਲਾਸਟ ਦੇ ਮੇਰੇ ਖਿਆਲ ਸ਼ਾਇਦ ਮੇਰੀ ਮਾਂ ਸਾਨੂੰ ਦੱਸਦੀ ਸੀ ਇਹ ਗੱਲ। ਹੁਣ ਤਾਂ ਚੜ੍ਹਾਈ ਕਰਕੇ ਮਾਤਾ ਜੀ 2-3 ਸਾਲ ਹੋ ਗਏ, ਅਤੇ ਉਸ ਟਾਈਮ ਦੱਸਦੀ ਸੀ। ਮੈਂ ਤਾਂ ਇਹਨੂੰ ਵੀ ਮਤਲਬ ਉਸ ਦਿਨ ਵੀ ਧੱਕੇ ਨਾਲ ਕਿਹਾ ਇਹਨੂੰ ਵੀ ਅੱਜ ਤਾਂ ਤੂੰ ਜਾਇਆ ਉੱਥੇ, 20 ਸਾਲ 'ਚ ਤਾਂ ਤੂੰ ਵੜਿਆ ਨਹੀਂ ਗੁਰਦੁਆਰਾ ਸਾਹਿਬ। ਮਤਲਬ ਇੰਨੀ ਮਹਾਨ ਧਰਤੀ ਹੈ। ਅਸੀਂ ਜਾਂਦੇ ਰਹੇ, ਕਦੇ ਇਹਨਾਂ ਕੋਲ ਜਾਂਦੇ ਹੁੰਦੇ ਸੀ, ਅਸੀਂ ਜਾਂਦੇ ਸੀ ਉੱਥੇ ਗੁਰਦੁਆਰਾ ਸਾਹਿਬ, ਪਰ ਇਹ ਨਹੀਂ ਕਦੇ ਵੜੇ। ਫਿਰ ਵੀ ਨਾ ਇਹ ਥੋੜ੍ਹਾ ਮੂੰਹ ਮੋਟਾ ਕਰਦੇ ਹੁੰਦੇ ਸੀ ਵੀ ਤੁਸੀਂ ਆਏ ਆ ਇੱਥੇ, ਤੁਸੀਂ ਗੁਰਦੁਆਰਾ ਸਾਹਿਬ ਲੰਘੇ, ਵੀ ਥੋੜ੍ਹਾ ਮਤਲਬ ਤਕਰਾਰ ਗੁਰਦੁਆਰਾ ਸਾਹਿਬ ਨੂੰ ਲੈ ਕੇ ਹੁੰਦੀ ਸੀ ਸਾਡੇ 'ਚ। ਹਾਂ, ਗੁਰੂ ਘਰ ਨੂੰ ਲੈ ਕੇ ਤਕਰਾਰ ਰਹਿੰਦੀ ਸੀ। ਫਿਰ ਉਹ ਤਕਰਾਰ ਕਿੱਥੇ ਤੱਕ ਵਧੀ? ਤੁਸੀਂ ਪਰਿਵਾਰ ਵਾਲੇ ਸੀ, ਤੁਹਾਡੇ ਬੱਚੇ ਸੀ, ਤੁਹਾਡੀ ਸਿੰਘਣੀ ਸੀ, ਤੁਹਾਡਾ ਜੀਵਨ ਸਾਥੀ ਸੀ, ਹੈ ਨਾ। ਉਹ ਤਕਰਾਰ, ਕਿਉਂਕਿ ਫੈਮਿਲੀਜ਼ ਦੇ ਵਿੱਚ ਡਿਫਰੈਂਸਿਸ ਆਉਣੇ ਜਦੋਂ ਸ਼ੁਰੂ ਹੋ ਜਾਣ ਤਾਂ ਅੱਗੇ ਤੋਂ ਅੱਗੇ ਵੱਧਦੀ ਰਹਿੰਦੀ। ਤਕਰਾਰ ਕਿੱਥੇ ਤੱਕ ਗਈ? ਤਕਰਾਰ 2002 ਤੱਕ ਉਹਨਾਂ ਨੇ ਮੈਨੂੰ ਸਮਝਾਇਆ ਜਾਂ ਦੱਸਿਆ, ਕਹਿ ਸਕਦੇ ਹਾਂ। ਸਮਝਾਉਣਾ ਤਾਂ ਚੰਗੀ ਗੱਲਾਂ ਹੁੰਦੀਆਂ, ਅਤੇ ਜੇ ਆਪਣੇ ਵੱਲੋਂ ਆਪਾਂ ਥੋਪਿਆ ਉਹਨਾਂ ਨੇ ਮੇਰੇ 'ਤੇ, ਕਹਿ ਸਕਦੇ ਹਾਂ ਵੀ ਆਹ ਕਰ ਤੂੰ, ਇੱਧਰਲਾ ਤੂੰ ਆਪਣੇ ਕੋਲ ਚੱਲਣਾ ਨਹੀਂ ਇਹ ਕੰਮ, ਵੀ ਹਾਂ ਵੀ ਤੁਸੀਂ ਸਾਡੇ ਵਾਲੇ ਪਾਸੇ ਆਉਣਾ ਪੈਣਾ ਤੈਨੂੰ। ਇਹ ਹਾਂ, ਤੰਤਰਿਕ ਪਾਸੇ, ਜਾਂ ਜਿਸ ਤਰ੍ਹਾਂ ਆਮ ਘਰਾਂ ਦੇ ਵਿੱਚ ਆਪਾਂ ਮੱਥੇ ਟੇਕਦੇ ਦੇਵੀ ਦੇਵਤਿਆਂ ਨੂੰ, ਉਸ ਤਰੀਕੇ ਨਾਲ।
ਵੀ ਤੈਨੂੰ ਇੱਧਰ ਆਉਣਾ ਪੈਣਾ, ਇਹ ਕੰਮ ਕਰਨੇ ਪੈਣੇ ਆ ਤੈਨੂੰ। ਮੈਂ ਕਿਹਾ ਵੀ ਨਹੀਂ, ਮੈਂ ਹੁਣ ਜੇ ਨਿਕਲ ਗਿਆ ਤਾਂ ਹੁਣ ਆਊਂਗਾ ਨਹੀਂ, ਹੋ ਜੋ ਮਰਜ਼ੀ ਜਾਏ। ਵੀ ਸਾਡੇ ਜਿਸ ਤਰ੍ਹਾਂ ਹਿੰਦੂ ਫੈਮਲੀਆਂ 'ਚ ਵਾਲ ਕਟਾਉਂਦੇ ਆ ਕਿਤੇ ਦੇਵੀ ਦੇਵਤਿਆਂ ਦੇ ਜਾ ਕੇ, ਹੁਣ ਇਹ ਲਾਸਟ ਜਿਹੜਾ ਮੇਰਾ ਛੋਟਾ ਬੇਟਾ ਇਹਦੇ ਉਹਦੇ 'ਚ ਮੈਂ ਮੱਥਾ ਟੇਕਿਆ, ਮਤਲਬ ਮੈਂ ਗੁਰੂ ਅੰਮ੍ਰਿਤ ਛਕਿਆ। ਅਤੇ ਇਹਦੇ ਫਿਰ ਅਸੀਂ ਸਗੋਂ ਉਹ ਪਹਿਲਾਂ ਤਾਂ ਉਹਨਾਂ ਨੇ ਕਰਵਾਏ, ਮੇਰੀ ਮਾਤਾ ਜੀ ਲੈ ਜਾਂਦੀ ਸੀ ਇਹਨਾਂ ਨੂੰ, ਇੱਕ ਲੱਟ ਵਾਲ ਕਟਵਾ ਲੈਣੇ ਥੋੜ੍ਹੇ ਜਿਹੇ ਇੱਦਾਂ ਕਰਕੇ, ਹੈ ਨਾ, ਕਰੋਨੇ ਜਿਹੜੇ ਹਿੰਦੂ ਲੋਕ ਕਹਾਉਂਦੇ ਆ ਆਪਣੇ ਆਪ ਨੂੰ। ਅਸੀਂ ਲੋਕ ਹਿੰਦੂ ਨਹੀਂ ਹੈ, ਪਰ ਸਾਡੇ ਲੋਕ ਮੰਨਣ ਲੱਗ ਗਏ ਆਪਣੇ ਆਪ ਨੂੰ, ਉਸ ਮੱਤ ਨੂੰ ਮੰਨਣ। ਸਾਡੀ ਜੇ ਰੰਗਰੇਟਾ ਫੈਮਲੀਆਂ ਨਾ ਜਿੰਨੇ ਵੀ ਹੈ, ਮੈਂ ਕੈਮਰੇ ਔਨ ਕੈਮਰੇ ਕਹਿ ਰਿਹਾ ਇਹ ਗੱਲ, ਅਸੀਂ ਹਿੰਦੂ ਨਹੀਂ ਹੈ, ਅਸੀਂ ਸਿੱਖ ਹਾਂ। ਪਰ ਸਾਡੇ ਲੋਕ ਇਹ ਮਾਨਤਾ ਹੋ ਗਈ, ਇਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਕਿਵੇਂ ਇਹ ਥੋੜ੍ਹੇ ਥਿਰਕ ਗਏ, ਇਹ ਆਪਣੇ ਆਪ ਨੂੰ ਉੱਧਰ ਨੂੰ ਲੈ ਗਏ, ਹਿੰਦੂ ਮੰਨਣ ਲੱਗ ਗਏ ਆਪਣੇ ਆਪ ਨੂੰ। ਉਹਨਾਂ ਉਹ ਜਿਹੜੇ ਰੀਤੀ ਰਿਵਾਜ ਉਹੀ ਕਰ ਰਹੇ ਹਾਂ ਅਸੀਂ ਉਹਨਾਂ ਵਰਗੇ। ਅਤੇ ਉਹ ਸਾਡੀ ਮਾਤਾ ਵੀ ਕਰਦੀ ਸੀ, ਉਹ ਲੈ ਗਈ ਤਿੰਨੇ ਬੱਚਿਆਂ ਨੂੰ, ਮਤਲਬ ਇੱਕ ਇੱਕ ਕਰਕੇ ਉਹਨਾਂ ਦੀ ਲੱਟ ਵਾਲ ਕਟਵਾ ਲਏ। ਜਿਹੜਾ ਛੋਟਾ ਸੀਗਾ ਇਹ ਸਾਡੇ ਅੰਮ੍ਰਿਤ ਛਕਣ ਦੇ ਦੌਰਾਨ ਵਿੱਚ ਹੋਇਆ, ਮਤਲਬ ਅੰਮ੍ਰਿਤ ਛਕਣ ਤੋਂ ਪਹਿਲਾਂ ਹੋ ਗਿਆ ਸੀ, ਪਰ 2 ਸਾਲ ਸੀਗੀ ਇਹਦੀ ਉਮਰ, 2 ਸਾਲ। ਫਿਰ ਇਹਦੇ ਅਸੀਂ ਵਾਲ ਵੂਲ ਸਭ ਮਤਲਬ ਸਾਬਤ ਸੂਰਤ ਹੈ ਉੱਦਾਂ ਦਾ ਜੀ, ਹਾਂ ਸ਼ੁਰੂ ਤੋਂ ਹੀ। ਫਿਰ ਮਾਤਾ ਕਹਿੰਦੀ ਵੀ ਰਹੀ ਵੀ ਉਹ ਦੇਵੀ ਰੁੱਸ ਜੂਗੀ, ਉੱਥੇ ਜਾਣਾ, ਇਹਦੇ ਥੋੜ੍ਹੀ ਜਿਹੀ ਲੱਟ ਕਟਾਇਆ ਇਹਦੀ ਐਂ ਕਰਕੇ। ਮੈਂ ਮੰਨਿਆ ਨਹੀਂ, ਮੈਂ ਕਿਹਾ ਨਾ, ਹੁਣ ਤਾਂ ਬਈ ਜਿਹਦੇ ਝੋਲੀ 'ਚ ਪਾ ਤਿਆ ਹੁਣ ਉਹ ਹੀ ਰੱਖਿਆ ਕਰੂਗਾ, ਵੀ ਨਹੀਂ ਮੈਂ ਇਹ ਕਰਨਾ ਨਹੀਂ। ਅਤੇ ਮਤਲਬ ਇਸ ਤਰੀਕੇ ਮਾਨਤਾ ਮਨਾਉਂਦੇ ਸੀ ਉਹ, ਸਾਨੂੰ ਪ੍ਰੈਸ਼ਰਾਈਜ਼ ਕਰਦੇ। 2002 ਤੱਕ ਕਾਫੀ ਪ੍ਰੈਸ਼ਰਾਈਜ਼ ਕੀਤਾ ਉਹਨਾਂ ਨੇ। ਅਤੇ ਉਹ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਇੱਕ ਕਮਰਾ ਦਿੱਤਾ 2 ਖਣਾ ਦਾ, ਲੜਾਈਆਂ ਤੋਂ ਬਾਅਦ ਝਗੜੇ ਕਾਫੀ ਹੋਏ ਜਿਹੜੇ ਕਿ ਬਿਆਨ ਨਹੀਂ ਕੀਤੇ ਜਾ ਸਕਦੇ। ਰਿਸ਼ਤੇਦਾਰੀਆਂ ਦਾ ਇਕੱਠ ਵੀ ਹੁੰਦਾ ਸੀ ਫਿਰ, ਫਾਦਰ ਸਾਹਿਬ ਜਿਹੜੇ ਨੇ ਰਿਸ਼ਤੇਦਾਰਾਂ ਨੂੰ ਵੀ ਕਹਿੰਦੇ ਸੀ ਕਿ ਸਮਝਾਓ ਇਹਨੂੰ। ਬਹੁਤ ਜ਼ਿਆਦਾ, ਕਈ ਵਾਰ ਇਹ ਹੋਇਆ, ਰਿਸ਼ਤੇਦਾਰ ਵੀ ਆਏ ਵੀ ਨਾ ਬਈ ਤੂੰ ਐਂ ਨਾ ਕਰ, ਆਪਣਾ ਸਰਨਾ, ਕਿਸੇ ਰਿਸ਼ਤੇਦਾਰ ਵੀ ਸਾਰੇ ਸਾਡੇ ਉੱਦਾਂ ਦੇ ਆ, ਉਸੇ ਮੱਤ ਦੇ ਸਾਰੇ ਤਕਰੀਬਨ ਕੋਈ 1-2 ਵਿਰਲਾ ਹੋਏਗਾ ਜਿਹੜਾ ਕਹਿੰਦਾ ਸੀ ਵੀ ਇਹਨੂੰ ਕਰਨ ਦੇ ਜੋ ਕਰਦਾ ਤੁਸੀਂ, ਪਰ ਨਹੀਂ, ਸਾਰੇ ਇੱਦਾਂ ਸੀਗੇ, ਆਪਾਂ ਨੂੰ ਕਰਨਾ ਪੈਣਾ। ਮੈਂ ਕਿਸੇ ਦੀ ਨਾ ਮੰਨ ਕੇ ਮੈਂ ਚੱਲਦਾ ਰਿਹਾ। ਉਹ ਫਿਰ ਮੈਨੂੰ ਨਾ ਇੱਕ ਜਿਹੜੀ ਦੁਕਾਨ 'ਚ ਬੈਠੇ ਆ, ਇੰਨਾ ਕੀ ਹੁੰਦਾ, ਆਪਾਂ ਪਿੰਡਾਂ ਵਾਲੇ ਆ, ਖਣਾ ਨੂੰ ਜਾਣਦੇ, 2 ਖਣਾ ਦਾ ਮਕਾਨ ਦਿੱਤਾ ਜਿਹਨੂੰ ਦਰਵਾਜ਼ਾ ਵੀ ਨਹੀਂ ਸੀ, ਦਰਵਾਜ਼ਾ ਸੀ ਪਰ ਦਰਵਾਜ਼ਾ ਨਹੀਂ ਸੀ, ਜੇ ਤਖਤੇ ਕਹਿ ਦਿੰਦੇ ਆ ਉਹ ਨਹੀਂ ਸੀਗੇ, ਉਹ ਚਕਾਟ ਬਣੀ ਹੋਈ ਸੀ। ਹਾਂ, ਤੂੜੀ ਪਾਉਂਦੇ ਸੀ ਉਹਦੇ 'ਚ, ਤੂੜੀ ਤੋਂ ਵਿਹਲਾ ਹੋਇਆ ਸੀਗਾ ਉਹ। ਫਿਰ ਉਹ ਮੈਂ ਸਾਫ਼ ਕਰਕੇ ਮਕਾਨ, ਉਹ ਮੈਂ ਸਾਫ਼ ਕਰਕੇ ਉਹਦੇ 'ਚ ਲੱਗ ਗਿਆ ਰਹਿਣ, 4 ਬੱਚਿਆਂ ਸਮੇਤ 6-7 ਮਹੀਨੇ ਰਿਹਾ। ਜਦੋਂ ਉਹਨੇ ਮੇਰੀ ਦੇਖੀ ਵੀ ਇਹ ਇੱਥੇ ਵੀ ਇਹ ਚੜ੍ਹਦੀ ਕਲਾ 'ਚ ਹੈ, ਵੀ ਇਹ ਡੋਲਿਆ ਨਹੀਂ। ਭਾਈ ਜੀ ਤੁਸੀਂ ਕਿਹਾ ਕਿ 6-7 ਮਹੀਨੇ ਮੈਂ ਰਿਹਾ, 6-7 ਮਹੀਨੇ ਫਾਦਰ ਸਾਹਿਬ ਨੇ ਦੇਖਿਆ ਕਿ ਇਹ ਡੋਲਿਆ ਨਹੀਂ, ਕਦੇ ਇਹ ਨਹੀਂ ਆਇਆ ਯਾਰ ਬਾਪ ਹੈਗਾ, ਜੇਕਰ ਉਹ, ਕਿਉਂਕਿ ਇੱਕ ਪਿਤਾ ਆਪਣੇ ਪੁੱਤ ਦਾ ਕਦੇ ਬੁਰਾ ਨਹੀਂ ਸੋਚ ਸਕਦਾ, ਵੀ ਮੇਰਾ ਹੋ ਸਕਦਾ ਇਸ ਦੇ ਵਿੱਚ ਹੀ ਭਲਾ ਹੋਵੇ, ਮੈਂ ਆਪਣੇ ਪਿਤਾ ਤੋਂ ਦੂਰ ਹੁੰਦਾ ਜਾ ਰਿਹਾ, ਮੇਰੇ ਰਿਸ਼ਤਾ ਜਿਹੜਾ ਉਹਨਾਂ ਦੇ ਨਾਲ ਖਤਮ ਹੁੰਦਾ ਜਾ ਰਿਹਾ, ਮੈਂ ਉਹਨਾਂ ਦੀ ਮੰਨ ਲਵਾਂ, ਪਰਿਵਾਰ ਦਾ ਸੁੱਖ ਆਰਾਮ ਜਿਹੜਾ ਮੈਂ ਉਹ ਮਾਣ ਸਕਦਾ, ਮੇਰੇ ਬੱਚੇ ਨੇ, ਮੇਰੀ ਸਿੰਗਣੀ ਹੈਗੀ, ਉਹ ਲੈ ਕੇ ਉਹ ਨਹੀਂ ਮਨ 'ਚ ਆਏਗਾ। ਨਹੀਂ, ਜਦੋਂ ਅੰਮ੍ਰਿਤ ਛਕਿਆ ਮੈਨੂੰ ਪਤਾ ਸੀ ਪਹਿਲਾਂ ਵੀ ਸਾਡਾ ਇਹ ਤਕਰਾਰ ਹੋਣੇ, ਕਿਉਂਕਿ ਮੈਂ ਉਸੇ ਦੌਰ 'ਚ ਤਾਂ ਉਸ ਫੈਮਿਲੀ 'ਚੋਂ ਤਾਂ ਨਿਕਲਿਆ ਸੀ। ਮੈਂ ਪਹਿਲਾਂ ਗੱਲਾਂ ਹੁੰਦੀਆਂ ਸੀ, ਇਹ ਜਿਹੜੇ ਜੇ ਕੋਈ ਅੰਮ੍ਰਿਤਧਾਰੀ ਆਉਣਾ ਬੰਦਾ, ਆਉਂਦੇ ਸੀ ਅੰਮ੍ਰਿਤਧਾਰੀ ਬੰਦੇ ਵੀ ਇਲਾਜ ਕਰਾਉਣ ਆਉਂਦੇ ਸੀ, ਤਾਂ ਸਾਨੂੰ ਪਤਾ ਲੱਗਦਾ ਸੀ ਵੀ ਇਹਨਾਂ ਨੂੰ ਕਿਆ ਕਿਹਾ ਜਾ ਰਿਹਾ, ਤੁਸੀਂ ਲੋਕ ਅੰਮ੍ਰਿਤ ਛਕ ਲੈਂਦੇ ਐ, ਤੁਸੀਂ ਇੱਦਾਂ ਕਰ ਲੈਂਦੇ ਐ, ਇਹ ਦੇਵੀ ਦੇਵਤੇ ਦੇਖ ਫਿਰ ਐਂ ਤੰਗ ਕਰਦੇ ਆ, ਪਰੇਸ਼ਾਨ ਕਰਦੇ ਆ ਸਾਨੂੰ। ਅੰਮ੍ਰਿਤਧਾਰੀ ਨੂੰ ਵੀ ਮਤਲਬ ਜਿਹੜੇ ਕਸਟਮਰ ਜਾਂ ਜਿਹੜੇ ਆਉਂਦੇ ਸੀ ਉਹਨਾਂ ਦਾ ਵੀ ਵਿਰੋਧ ਕਰਦੇ ਸੀ ਫਾਦਰ ਸਾਹਿਬ? ਕਹਿੰਦੇ ਸੀ ਉਹਨਾਂ ਨੂੰ ਵੀ ਇਹ ਦੇਖ ਲਓ, ਫਿਰ ਤੁਸੀਂ ਅੰਮ੍ਰਿਤ ਛਕ ਲਿਆ ਤੁਸੀਂ, ਪਰ ਇਹ ਹੁਣ ਤੁਹਾਨੂੰ ਕਰਨਾ ਪੈਣਾ। ਮੰਨ ਲੈ ਚੌਂਕੀ ਲਵਾਉਣੀ ਹੈ, ਤੁਸੀਂ ਹੁਣ ਇਹ ਲਵਾਉਣੀ ਪੈਣੀ ਹੈ ਤੁਹਾਨੂੰ, ਬਈ ਇਹ ਤੇ ਬਿਨਾਂ ਸਰਨਾ ਨਹੀਂ ਤੁਹਾਡਾ। ਕਦੇ ਮਤਲਬ ਐਂ ਨਹੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਹੀ ਰਸਤੇ 'ਤੇ ਆ, ਤੁਸੀਂ ਆਪਣੇ ਪੈਗੰਬਰ ਨੂੰ ਮੰਨੋ ਜਾਂ ਆਪਣੇ ਗੁਰੂ ਸਾਹਿਬ ਨੂੰ ਅਰਦਾਸ ਕਰਾਓ, ਤੁਸੀਂ ਇੱਦਾਂ ਨਹੀਂ ਉਹਨਾਂ ਨੇ ਕਦੇ ਕਿਹਾ। ਉਹਨਾਂ ਨੇ ਆਪਣੀ ਮਨੌਤ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਤੁਹਾਨੂੰ ਮੰਨਣਾ ਪੈਣਾ। ਮਤਲਬ ਜੈਲਸੀ ਕਹਿ ਸਕਦੇ ਜਿਸ ਗੱਲ ਨੂੰ, ਬਰੀਕੀ ਤੌਰ 'ਤੇ ਵੀ ਜੈਲਸੀ ਕਰਦੀ ਸੀ ਗੱਲ ਦੀ, ਵੀ ਇਹ ਚਲਿਆ ਕਿਸ ਤਰ੍ਹਾਂ ਗਿਆ, ਇਹਨੂੰ ਜੇ ਵਾਪਸ ਨਾ ਲਿਆਇਆ ਤਾਂ ਮੈਨੂੰ ਵੀ ਇਹ ਮਤਲਬ ਇੱਦਾਂ ਦਾ ਵੀ ਵਹਿਮਾਂ ਭਰਮ ਵਾਲੇ ਪਾਸੇ ਲੈ ਕੇ ਆਉਣਾ ਜਿਹੜਾ, ਹਾਂ ਉਹ ਕਰਦੇ ਸੀ। ਸਾਨੂੰ ਪਤਾ ਸੀ ਵੀ ਇਸ ਗੱਲ ਦਾ ਵਿਰੋਧ ਹੋਣਾ ਮੇਰਾ, ਫਿਰ ਇਸ ਕਰਕੇ ਮੈਂ ਬਹੁਤਾ ਮੈਨੂੰ ਲੱਗਿਆ ਨਹੀਂ ਹੈ। ਇੱਕ ਆਪਾਂ ਜਿਹੜੇ ਪਿੰਡਾਂ ਦੇ ਲੋਕ ਹੈ, ਕਿਰਤੀ ਹੁੰਦੇ ਆ, ਥੋੜ੍ਹੇ ਹਠੀ ਵੀ ਹੁੰਦੇ ਆਪਾਂ, ਹੈ ਨਾ, ਹਠੀ ਵੀ ਹੁੰਦੇ ਵੀ ਜਿਹੜੀ ਗੱਲ ਦਾ ਹੱਠ ਪੈ ਗਿਆ, ਭਾਵੇਂ ਉਹ ਮਾੜੀ ਹੈ ਚਾਹੇ ਚੰਗੀ ਹੈ। ਹੁਣ ਮਾੜੀ ਗੱਲਾਂ ਵੀ ਤਾਂ ਹੱਠ ਪੈਂਦੇ, ਲੋਕ ਚਿੱਟਾ ਪੀ ਜਾਂਦੇ, ਉਹ ਹੱਠ ਹੀ ਹੈ ਇੱਕ, ਉਹ ਮਾੜਾ ਹੱਠ ਹੈ, ਪਤਾ ਉਹਨਾਂ ਨੂੰ ਮਰ ਜਾਣਾ ਸੀ, ਉਹ ਹੱਠ ਕਰਕੇ ਬੈਠੇ ਆ, ਬਸ ਆਪਾਂ ਦਾ ਕਰਨਾ ਇਹ ਕੰਮ। ਇਹੀ ਸਿੱਧਾ ਹੱਠ ਵੀ ਹੁੰਦਾ, ਚੰਗਾ ਹੱਠ,
ਪਰ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਸਾਨੂੰ ਸਿੱਧਾ ਹੱਥ ਲਾਤਿਆ। ਅੱਛਾ ਬਾਈ ਜੀ, ਤੁਸੀਂ 6-7 ਮਹੀਨੇ ਆਪਣੀ ਸਿੰਘਣੀ ਤੇ ਆਪਣੇ 4 ਬੱਚਿਆਂ ਦੇ ਨਾਲ ਜਿਹੜਾ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਰਹੇ, ਫਿਰ ਉੱਥੋਂ ਕੁਝ ਇੱਕ ਪਿਤਾ ਦਾ, ਇੱਕ ਪਰਿਵਾਰ ਦਾ ਦਿਲ ਨਹੀਂ ਪਸੀਜਿਆ? ਉਹਨਾਂ ਨੂੰ ਕੁਝ ਫਰਕ ਨਹੀਂ ਪਿਆ ਕਿ ਚਲੋ ਕੋਈ ਨਹੀਂ, ਤੁਸੀਂ ਆਪਣੀ ਜ਼ਿੰਦਗੀ ਜਿਉਵੋ, ਤੁਸੀਂ ਰਹੋ ਇੱਦਾਂ? ਨਹੀਂ ਨਹੀਂ, ਉਹ ਮੈਨੂੰ ਕਮਰਾ ਤਾਂ ਥੋੜ੍ਹੀ ਦਿੱਤਾ ਸੀ ਉਹਨਾਂ ਨੇ ਵੀ ਮੈਨੂੰ ਲੱਗ ਕੀਤਾ ਸੀ। ਉਹ ਤਾਂ ਦਿੱਤਾ ਸੀ ਵੀ ਇਹਨੂੰ ਸਜ਼ਾ ਲਾਓ। ਅੱਛਾ, ਸਜ਼ਾ ਲਾਓ ਤਾਂ ਜੋ ਇਹ ਤੰਗ ਹੋ ਗਏ, ਪਰੇਸ਼ਾਨ ਹੋ ਗਏ, ਸਾਡੀ ਮਿਹਨਤ ਕਰੇ, ਮਤਲਬ ਪੈਰਾਂ ਹੱਥ ਲਾਵੇ ਔਰ ਵਾਪਸ ਆਵੇ ਵੀ ਲੈ ਜੀ ਮੈਂ ਜਿੱਦਾਂ ਤੁਸੀਂ ਕਰੋਗੇ ਉੱਦਾਂ ਕਰੂੰਗਾ ਮੈਂ। ਕਹਿੰਦੇ ਵੀ ਸੀ ਉਹ ਕਈ ਬੰਦਿਆਂ ਨੂੰ, ਰਿਸ਼ਤੇਦਾਰਾਂ ਨੂੰ ਵੀ ਉਹ ਲੋਕ ਪੁੱਛਦੇ ਯਾਰ ਛੋਟਾ ਜਿਹਾ ਕਮਰਾ, ਬੱਚੇ 4 ਹੈ, ਇਹ ਤੂੰ ਫੌਜੀ ਕਿਆ ਕਰਿਆ ਵੀ ਤੇਰੇ ਹੀ ਪੋਤੇ ਪੋਤੀਆਂ ਇਹ ਵੀ ਤੂੰ। ਕਹਿੰਦਾ ਆ ਜਾਵੇ ਮੈਂ ਤਿਆਰ ਹਾਂ, ਪਰ ਪੈਰਾਂ ਹੱਥ ਲਾ ਦੇਵੇ ਵੀ ਹਾਂ ਜਿੱਦਾਂ ਤੂੰ ਕਹੇਗਾ ਮੈਂ ਉੱਦਾਂ ਕਰਾਂਗਾ। ਤੁਸੀਂ ਨਹੀਂ ਡੋਲੇ? ਹੁਣ ਆਪਾਂ ਨੂੰ ਲੋੜ ਹੀ ਨਹੀਂ ਪਈ। ਮਤਲਬ ਮੈਂ ਕਿਹਾ ਵੀ ਜਿੱਥੇ ਚਲੇ ਗਏ ਵੀ ਹੁਣ ਭਾਵੇਂ ਮਰ ਜਾਈਏ, ਫਿਰ ਫੈਸਲਾ ਲੈ ਲਿਆ। ਹਾਂ ਲੈ ਲਿਆ, ਫੈਸਲਾ ਲੈ ਲਿਆ। ਬਾਈ ਜੀ 4 ਬੱਚੇ, ਫਿਰ ਉੱਥੀ ਗੱਲ ਆ ਜਾਂਦੀ, 4 ਬੱਚੇ, 5ਵੀਂ ਤੁਹਾਡੀ ਸਿੰਘਣੀ ਤੇ ਤੁਹਾਡੀ ਜੀਵਨ ਸਾਥੀ। ਜੀਵਨ ਸਾਥੀ ਨੇ ਨਹੀਂ ਕਦੇ ਕਿਹਾ ਕਿ ਤੁਹਾਡੇ ਇੱਕ ਵੱਡੇ ਪਰਿਵਾਰ ਦੇ ਵਿੱਚ ਆਈ ਸੀ, ਇੱਕ ਘਰ ਦੇਖਿਆ ਸੀ, ਮੇਰੇ ਪੇਕੇ ਪਰਿਵਾਰ ਨੇ ਇੱਕ ਘਰ ਦੇਖਿਆ ਸੀ, ਤੁਸੀਂ ਇੱਥੇ ਰਹੋਗੇ, ਤੁਸੀਂ ਮੈਨੂੰ ਇੱਕ ਤੂੜੀ ਵਾਲੇ ਕੋਠੇ ਦੇ ਵਿੱਚ ਲਿਆ ਕੇ ਬਿਠਾਤਾ? ਲੜਾਈ ਝਗੜੇ ਤੁਹਾਡੇ 'ਚ ਨਹੀਂ ਹੋਏ ਫਿਰ ਆਪਸ ਦੇ ਵਿੱਚ? ਨਹੀਂ ਨਹੀਂ, ਇਹਨਾਂ ਨੇ ਇਹ ਮਤਲਬ ਸ਼ੁਰੂ ਤੋਂ ਹੀ ਮਤਲਬ ਤਕਰੀਬਨ ਮੇਰੇ ਨਾਲ ਰਹੇ ਹੈ ਵਿਚਾਰ। ਐਕਚੁਅਲੀ ਇਹਨਾਂ ਦਾ ਬਹੁਤ ਸਾਥ ਹੈ ਮੇਰਾ ਇੱਥੇ ਤੱਕ ਪਹੁੰਚਣ ਦਾ, ਇਹਨਾਂ ਦਾ ਵੱਡਾ ਸਾਥ ਹੈ। ਮੈਂ ਹਾਲੇ ਕਦੇ ਕਦੇ ਕਹਿੰਦੇ ਕਿ ਕਰਜ਼ਿਆਂ ਤੋਂ ਡਰਦਾ, ਮੈਂ ਬਹੁਤ ਕਰਜ਼ੇ ਤੋਂ ਮੈਂ ਬਹੁਤ ਡਰਦਾ ਹੁਣ ਵੀ, ਅੱਜ ਵੀ, ਕਿਉਂਕਿ ਸਾਨੂੰ ਪਤਾ ਹੁੰਦਾ ਵੀ ਸਾਡਾ ਬਜਟ ਇੰਨਾ ਕੁ ਹੈ ਔਰ ਜੇ ਅਸੀਂ ਕੱਦ ਤੋਂ ਵੱਧ ਲਵਾਂਗੇ ਤਾਂ ਦੇਣਾ ਔਖਾ ਹੋ ਜਾਊਗਾ ਸਾਨੂੰ। ਮੈਂ ਇਸ ਗੱਲ ਤੋਂ ਡਰਦਾ ਤਾ, ਪਰ ਇਹ ਕਹਿੰਦੇ ਸੀ ਵੀ ਆਪਾਂ ਮਿਹਨਤ ਕਰੂੰਗੇ, ਲਾ ਦੂੰਗੇ, ਤਾਰ ਦੂੰਗੇ। ਫਿਰ ਜਿਹੜੇ ਇੰਨਾ ਸਟਰੋਂਗ ਬੰਦਾ ਹੁੰਦਾ ਉਹ ਫਿਰ ਛੋਟੀ ਗੱਲ ਤੋਂ ਨਹੀਂ ਡਰਦਾ ਹੁੰਦਾ। ਇਹ ਕਹਿੰਦੇ ਵੀ ਜਿੱਦਾਂ ਠੀਕ ਹੈ ਆਪਾਂ ਨੂੰ, ਜੇ ਮਹਾਰਾਜ ਨੇ ਇਦਾਂ ਦਾ ਲਾਇਆ। ਅਤੇ ਆਪਾਂ ਕਥਾ ਵਿਚਾਰਾਂ ਵੀ ਸੁਣਦੇ ਸੀਗੇ ਹੈ ਨਾ, ਵਿਚਾਰਾਂ ਸੁਣਦੇ ਸੀ ਵੀ ਜਦੋਂ ਆਪਾਂ ਇਤਿਹਾਸ ਪੁਰਾਣਾ ਸੁਣਦੇ ਸੀ ਵੀ ਦੁੱਖ ਤਕਲੀਫ ਤਾਂ ਆਉਂਦੇ ਰਹਿੰਦੇ ਆ ਵੀ ਮਤਲਬ ਸਿੱਖਾਂ 'ਤੇ ਸ਼ੁਰੂ ਤੋਂ ਆਏ। ਫਿਰ ਉਹ ਸਾਨੂੰ ਲੱਗਦਾ ਵੀ ਯਾਰ ਸਾਡੀ ਤਕਲੀਫ ਤਾਂ ਬਹੁਤ ਘੱਟ ਹੈ ਉਹਦੇ ਸਾਹਮਣੇ, ਵੀ ਸਾਡਾ ਤਾਂ ਖਾਣ ਦੇ ਹੀ ਲਾਲੇ ਪਏ ਆ, ਕੋਈ ਦਿੱਕਤ ਨਹੀਂ ਹੈ, ਵੀ ਸਿੰਘ ਜੰਗਲਾਂ 'ਚ ਵੀ ਰਹੇ ਆ ਹੈ ਨਾ। ਉੱਦਾਂ ਦਾ ਫਿਰ ਮਤਲਬ ਜਦੋਂ ਇੱਦਾਂ ਸੁਣਦੇ ਹੁੰਦੇ ਸੀ, ਕਥਾ ਵਿਚਾਰਾਂ ਸੁਣਨੀਆਂ ਅਸੀਂ, ਅਤੇ ਫਿਰ ਸਾਨੂੰ ਲੱਗਦਾ ਸੀਗਾ ਵੀ ਇਹ ਸਾਡਾ ਦੁੱਖ ਉਹਨਾਂ ਦੁੱਖਾਂ ਨਾਲੋਂ ਛੋਟਾ ਹੈ ਵੀ। ਇਸ ਕਰਕੇ ਫਿਰ ਸਾਨੂੰ ਮਤਲਬ ਬਹੁਤਾ ਨਹੀਂ ਅਸੀਂ ਫਰਕ ਨਹੀਂ, ਘੱਟ 'ਚ ਹੀ ਸਾਰਦੇ ਸੀ ਅਸੀਂ। ਅੱਛਾ, ਫਿਰ ਉਸ ਕਮਰੇ 'ਚ ਕਿੰਨਾ ਚਿਰ ਰਹੇ? ਉਸ ਤੋਂ ਬਾਅਦ ਕੀ? ਪਿਤਾ ਜੀ ਦੇ ਉੱਪਰ ਕੋਈ ਫਰਕ ਨਹੀਂ, ਪੁੱਤ ਵੀ ਝੁਕਣ ਨੂੰ ਤਿਆਰ ਨਹੀਂ, ਆਖਰ ਕਹਿ ਦਿੰਦੇ ਨੇ ਕਿ ਖੂਨ ਤਾਂ ਉਸੇ ਪਿਤਾ ਦਾ। ਝੁਕਿਆ ਕੌਣ? ਦੋਨੋਂ ਹੀ ਨਹੀਂ ਝੁਕੇ, ਕੋਈ ਵੀ ਨਹੀਂ ਝੁਕਿਆ ਦੋਨੋਂ 'ਚ। ਨਾ ਮੈਂ ਆਪਣੇ ਰਸਤੇ ਹੋ ਗਿਆ, ਉਹ ਆਪਣੇ ਰਸਤੇ ਹੋ ਗਏ। 7 ਕੁ ਮਹੀਨੇ ਬਾਅਦ ਅਲੱਗ ਹੋਣ ਤੋਂ ਉਹਨਾਂ ਨੇ ਮੇਰੇ 'ਤੇ ਕੇਸ ਕੀਤਾ ਵੀ ਇਹ ਬੰਦਾ ਮੇਰਾ ਮਕਾਨ ਨਹੀਂ ਛੱਡਦਾ। ਕਹਿੰਦੇ ਰਹੇ ਪਹਿਲਾਂ ਵੀ ਮਕਾਨ ਛੱਡ ਦਿਓ, ਤੁਸੀਂ ਜਾਓ ਇੱਥੋਂ। ਅੱਛਾ, ਇਹ ਇੰਨੀ ਗੱਲ ਜਿੰਨੀ ਮੈਂ ਕਹਿ ਰਿਹਾ ਇੰਨੀ ਨਹੀਂ ਸੀ, ਢੰਗ ਹੋਰ ਸੀ ਉਹਨਾਂ ਕਹਿਣ ਦਾ। ਮਤਲਬ ਮੈਂ ਇੰਨੇ ਕਹਿਦਾ ਵੀ ਮਕਾਨ ਛੱਡ ਦਿਓ, ਇਹ ਤਾਂ ਬਹੁਤ ਪਿਆਰ ਨਾਲ ਕਹਿਣ ਵਾਲੀ ਗੱਲ ਹੈ ਨਾ। ਉਹਨਾਂ ਦਾ ਢੰਗ ਕਾਫੀ ਰੂਡ ਹੁੰਦਾ ਸੀ ਔਰ ਕਾਫੀ ਯਾਨੀ ਬਿਰਤੀ ਬੜੀ ਮਤਲਬ ਹੋਰ ਤਰ੍ਹਾਂ ਦੀ ਹੁੰਦੀ ਸੀ ਉਹਨਾਂ ਦੀ, ਵੀ ਮਤਲਬ ਖੜੇ ਬੰਦੇ ਨੂੰ ਅੱਗ ਲਾ ਦੇ ਜਿਵੇਂ, ਬਿਨਾਂ ਅੱਗ ਲੱਗੇ ਤੋਂ। ਇੰਨਾ ਕੌੜਾ ਮਤਲਬ ਇੰਨੀ ਕੜੱਤਣ ਭਰੇ ਸ਼ਬਦ ਬੋਲਣੇ ਉਹਨਾਂ ਨੇ। ਹਾਂ, ਸਮਾਨ 1-2 ਵਾਰ ਉਹਨਾਂ ਨੇ ਮੇਰਾ ਬਾਹਰ ਸੜਕ 'ਤੇ ਮਾਰਿਆ ਭਗਾ ਕੇ। ਮੰਜੇ ਮੇਰਾ ਇੱਕੋ ਹੀ ਮੰਜਾ ਹੁੰਦਾ ਸੀ ਮੇਰੇ ਕੋਲ, ਬਹੁਤਾ ਤਾਂ ਹੈ ਨਹੀਂ ਸਿਸਟਮ। ਇੱਕ ਮੰਜਾ ਹੁੰਦਾ ਸੀ, ਅਸੀਂ ਥੱਲੇ ਨੂੰ ਪੈ ਜਾਂਦੇ, ਮੰਜੇ ਦੇ ਬੱਚੇ ਪੈ ਜਾਂਦੇ। ਉਹ ਮੰਜਾ ਵੀ ਕੱਢ ਕੇ ਕਈ ਵਾਰੀ ਸੜਕ 'ਤੇ ਗਿਰਿਆ, ਭਗਾ ਕੇ ਮਾਰਿਆ, ਚਲੋ ਇੱਥੋਂ ਭੱਜੋ। ਅਤੇ ਹਾਂ, ਆਪਾਂ ਬੰਦੇ ਇਕੱਠੇ ਹੋਏ, ਲੋਕ ਇਕੱਠੇ ਹੋ ਜਾਣੇ, ਬੜੀ ਬੇਇੱਜ਼ਤੀ ਹੋਣੀ, ਮਹਿਸੂਸ ਹੋਣਾ ਵੀ ਕਿ ਬਹੁਤ ਬੇਇੱਜ਼ਤੀ ਵਾਲੀ ਗੱਲ ਹੈ। ਪਰ ਫਿਰ ਬਸ਼ਰਮ ਜੇ ਹੋ ਕੇ ਫਿਰ ਅੰਦਰ ਰੱਖ ਲੈਣਾ। ਫਿਰ ਉਹਨੇ ਮੇਰੇ 'ਤੇ ਕੇਸ ਕੀਤਾ, ਕੋਰਟ ਦੇ ਵਿੱਚ ਚਲੇ ਗਿਆ। ਜਾਣੀ ਇੱਕ ਪਿਤਾ ਆਪਣੇ ਪੁੱਤ ਨੂੰ ਘਰ ਦੇ ਵਿੱਚੋਂ ਕੱਢਣ ਲਈ। ਅਤੇ ਉਹ ਰਾਜਪੁਰੇ ਨੇ ਕੇਸ ਕੀਤਾ ਮੇਰੇ 'ਤੇ। ਮੇਰੇ ਕੋਲ ਸੰਮਨ ਆਏ। ਮੈਂ ਪੁੱਛਿਆ ਕਿਸੇ ਨੂੰ ਵੀ ਇਹ ਸੰਮਨ ਕਿੱਦਾਂ? ਉਹ ਕਹਿੰਦੇ ਵੀ ਤੇਰੇ ਬਾਪੂ ਨੇ ਤੇਰੇ 'ਤੇ ਕੇਸ ਕਰਤਿਆ, ਵੀ ਹੁਣ ਤੈਨੂੰ ਇਹ ਸੰਮਨ ਲੈ ਲੈ ਅਤੇ ਵਕੀਲ ਕਰ। ਪੈਸੇ ਪੂਸੇ ਤਾਂ ਹੁੰਦੇ ਨਹੀਂ ਸੀ, ਬਹੁਤ ਘੱਟ ਸੀਗਾ ਹੈ ਨਾ ਸਿਸਟਮ। ਚਲੋ ਮੈਂ ਸੰਮਨ ਲੈ ਲਏ। ਮੈਂ ਕਿਸੇ ਦੀ ਸਲਾਹ ਲਈ, ਕੋਈ ਵਕੀਲ ਮੈਨੂੰ ਮਿਲਿਆ, ਉਹ ਕਹਿੰਦਾ ਚਲੋ ਆਪਾਂ ਘੱਟ ਵੱਧ ਕਰਕੇ ਸਾਰ ਲਵਾਂਗੇ, ਘੱਟ ਘੁੱਟ ਕੁਛ ਨਹੀਂ ਹੁੰਦਾ ਹੈ ਜੀ, ਐਵੇਂ ਕਰਨੇ ਆ ਵੀ ਸਾਡੇ ਲਈ ਤਾਂ ਮੁਰਗੇ ਨੂੰ ਤੱਕਲੇ ਦਾ ਦਾਗ ਬਥੇਰਾ ਜੀ। ਜੇ 500 ਨਿਕਲ ਗਿਆ ਉਹ ਸਮਝੋ ਦੁਬਾਰਾ ਰਲਣ 5-4 ਦਿਨ ਨਹੀਂ ਰਲਣ ਦਊਗਾ ਸਾਨੂੰ, 10 ਦਿਨ। ਅਤੇ ਮੈਂ ਵਕੀਲ ਕਰਕੇ ਸਾਹਮਣਾ ਕਰਿਆ ਅਤੇ ਮੈਨੂੰ 6-7 ਮੇਰੇ ਖਿਆਲ ਤਰੀਕਾਂ ਪਈਆਂ ਜਾਂ 8 ਪਈਆਂ ਹੋਣੀਆਂ, ਮੇਰੇ ਯਾਦ ਨਹੀਂ। ਜੱਜ ਸਾਹਿਬ ਦਾ ਸਾਹਮਣਾ ਕਰਨਾ ਪੈ ਗਿਆ। ਉਹਨਾਂ ਨੇ ਫਿਰ ਮੈਨੂੰ, ਜੱਜ ਸਾਹਿਬ ਨੇ ਕਿਹਾ ਬਈ ਤੁਹਾਨੂੰ ਇਹਨਾਂ ਦਾ ਘਰ ਛੱਡਣਾ ਪੈਣਾ, ਕਿਉਂਕਿ ਇਹ ਘਰ
ਆਪਣੀ ਮਾਂ ਤੋਂ ਇਹਨਾਂ ਨੇ ਮੁੱਲ ਲੈ ਲਿਆ ਮੇਰੇ ਬੇਦਖਲ ਕਰਨ ਤੋਂ ਬਾਅਦ। ਪਹਿਲਾਂ ਇਹਨਾਂ ਨੇ ਮੈਨੂੰ ਬੇਦਖਲ ਕੀਤਾ, ਸੌਰੀ। ਬੇਦਖਲ ਹੋਏ ਹੋ ਤੁਸੀਂ, ਬੇਦਖਲ ਕੀਤਾ ਤੁਹਾਨੂੰ? ਹਾਂ ਸੌਰੀ, ਮਾਫੀ ਚਾਹੁੰਦਾ ਮੈਂ। ਪਹਿਲਾਂ ਇਹਨਾਂ ਨੇ ਉਸ ਦੇ ਦੌਰਾਨ ਜਦੋਂ ਝਗੜਾ ਹੁੰਦਾ ਸੀ ਇਹਨਾਂ ਨੇ ਮੈਨੂੰ ਬੇਦਖਲ ਕੀਤਾ। ਬੇਦਖਲ ਕਰਿਆ, ਅਖਬਾਰ 'ਚ ਕਢਾਤਿਆ। ਪਿੰਡ ਵਾਲਿਆਂ ਤੋਂ ਪਤਾ ਲੱਗਿਆ ਮੈਨੂੰ ਵੀ ਰਵਿੰਦਰ ਸਿੰਘ ਤੈਨੂੰ ਬੇਦਖਲ ਕਰਤਿਆ। ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ। ਕਹਿੰਦਾ ਅਖਬਾਰ 'ਚ ਆਇਆ। ਚਲੋ ਮੈਨੂੰ ਝਟਕਾ ਵੀ ਲੱਗਿਆ ਕਾਫੀ, ਕਿਉਂ ਕਦੇ ਸੁਣੀ ਨਹੀਂ ਸੀ ਇਹੋ ਜਿਹੀ ਗੱਲ ਵੀ ਬੇਦਖਲ ਐ ਮਾਂ ਪਿਓ ਕਰ ਦਿੰਦੇ ਹੁੰਦੇ ਇਸ ਗੱਲ ਪਿੱਛੇ। ਅਤੇ ਚਲੋ ਮੈਂ ਚੱਲਦਾ ਰਿਹਾ। ਅਤੇ ਇਹਨਾਂ ਨੇ ਮੈਨੂੰ ਪਰਸਨਲੀ ਕਿਹਾ ਵੀ ਹੁਣ ਤੂੰ ਬੇਦਖਲ ਕਰਤਾ, ਘਰ ਛੱਡ ਦੇ ਸਾਡਾ। ਮੈਂ ਨਹੀਂ ਛੱਡਿਆ ਕਿਉਂਕਿ ਬੱਚੇ ਛੋਟੇ ਸੀਗੇ, ਜਾਣਾ ਥੋੜ੍ਹਾ ਮੁਸ਼ਕਲ ਲੱਗਦਾ ਸੀਗਾ ਮੈਨੂੰ। ਪਰ ਨਹੀਂ, ਚਲੋ ਇਹਨਾਂ ਨੇ ਫਿਰ ਮੇਰੇ 'ਤੇ ਕੇਸ ਕੀਤਾ ਵੀ ਐਂ ਨਹੀਂ ਨਾ ਛੱਡਣਾ, ਵੀ ਕੇਸ ਕਰੋ ਇਹ 'ਤੇ। ਕੇਸ ਕਰਿਆ, ਸੰਮਨ ਆ ਗਏ, ਕੋਰਟ 'ਚ ਗਏ। 6-7 ਮਹੀਨੇ ਚੱਲਦਾ ਰਿਹਾ। ਜਦੋਂ ਤੱਕ ਕੇਸ ਚੱਲਦਾ ਰਿਹਾ ਮੈਂ ਉੱਥੇ ਹੀ ਰਿਹਾ। ਹਾਂਜੀ, ਸਾਲ ਕੁ ਤਕਰੀਬਨ ਕੇਸ ਚੱਲਿਆ ਹੈ ਨਾ। 6 ਮਹੀਨੇ ਉੱਦਾਂ ਰਿਹਾ, 6 ਮਹੀਨੇ ਕੇਸ ਤੋਂ ਬਾਅਦ, ਮਤਲਬ ਸਾਲ ਕੁ ਦੇ ਕਰੀਬ ਰਿਹਾ ਮੈਂ ਉੱਥੇ। ਉਹ ਤੋਂ ਬਾਅਦ ਫਿਰ ਮੈਨੂੰ ਕੇਸ ਕਰਨ ਤੋਂ ਬਾਅਦ ਫਿਰ ਮੈਨੂੰ ਜੱਜ ਨੇ ਕਿਹਾ ਵੀ ਤੂੰ ਇਹਨਾਂ ਦੇ ਨਾਲ ਵਿਚਾਰ ਮਿਲਾ ਲੈ। ਉਹਨਾਂ ਨੇ ਕਿਹਾ ਵੀ ਪੁੱਛਦਾ ਹੀ ਜੱਜ ਵੀ ਕਾਰਨ ਕਿਆ ਹੋ ਗਿਆ ਤੁਹਾਨੂੰ। ਮੈਂ ਕਿਹਾ ਜੀ ਸਾਡੇ ਵਿਚਾਰਕ ਮਤਭੇਦ ਹੈ, ਵੀ ਹੋਰ ਤਾਂ ਕੋਈ ਐਡੀ ਲੜਾਈ ਤਾਂ ਮੈਂ ਕਰੀ ਨਹੀਂ ਇਹਨਾਂ ਨਾਲ, ਕੋਈ ਝਗੜਾ ਨਹੀਂ, ਮੈਂ ਝਗੜਾ ਨਹੀਂ ਕਰਦਾ ਉਹਨਾਂ ਨਾਲ, ਝਗੜਾ ਨਹੀਂ ਸੀ ਕਰਦਾ ਮੈਂ। ਅੰਦਰ ਵੜ ਜਾਂਦੀ ਸੀ ਜਦੋਂ ਅਸੀਂ ਦੋਨੋਂ ਹੀ ਅਸੀਂ ਪਾਠ ਲਾ ਲੈਂਦੇ ਸੀ ਸੁਖਮਨੀ ਸਾਹਿਬ ਦਾ। ਜਦੋਂ ਉਹਨਾਂ ਨੇ ਬੋਲਣਾ ਉੱਚੀ ਉੱਚੀ ਅਤੇ ਅਸੀਂ ਅੰਦਰ ਪਾਠ ਲਾ ਕੇ ਬਹਿ ਜਾਣਾ ਸਾਰੇ ਪਰਿਵਾਰ ਨੇ। ਹਾਂ, ਸੁਖਮਨੀ ਸਾਹਿਬ ਦਾ ਪਾਠ। ਬੱਚੇ ਤਾਂ ਖੇਡਣ ਖੁੱਡਣ ਬਾਹਰ ਲੰਘ ਜਾਂਦੇ ਤੇ ਅਸੀਂ ਅੰਦਰ ਬਹਿ ਜਾਣਾ ਆਰਾਮ ਨਾਲ ਪਾਠ ਲਾ ਕੇ, ਵੀ ਬੋਲਣਾ ਨਹੀਂ ਆਪਾਂ ਨੇ, ਹੈ ਨਾ। ਸਾਹਮਣਾ ਨਹੀਂ ਉਹਨਾਂ ਦਾ ਕਰਨਾ, ਸਾਹਮਣੇ ਅਸੀਂ ਕਦੇ ਨਹੀਂ ਬੋਲੇ, ਨਹੀਂ ਸਾਹਮਣੇ, ਮਤਲਬ ਸਾਹਮਣੇ ਐ ਸਿੱਧੀ ਲੜਾਈ ਸਾਡੀ ਨਹੀਂ ਹੋਈ। ਉਹ ਬੋਲ ਰਿਹਾ, ਪੂਰਾ ਖੌਰੂ ਵੱਢ ਰਿਹਾ। ਸਾਡੀ ਮਾਂ ਨੇ ਬੋਲਣਾ ਆ ਕੇ, ਮਾੜਾ ਮੋਟਾ ਕਹਿਣਾ ਸਾਨੂੰ ਕਿ ਤੁਸੀਂ ਅੰਦਰ ਵੜ ਜਾਓ। ਮਾਤਾ ਸਾਡੀ ਬਹੁਤ ਚੰਗੀ ਸੀ, ਬਾਹਰ ਨਾ ਨਿਕਲਿਓ, ਚੁੱਪ ਰਹਿਣਾ ਸੀ ਵੀ। ਅਤੇ ਉਹ ਫਿਰ ਉਹਨਾਂ ਨੇ ਫਿਰ ਮੈਨੂੰ ਜਦੋਂ ਕਿਹਾ ਜੱਜ ਸਾਹਿਬ ਨੇ ਵੀ ਇਹਨੇ ਤੈਨੂੰ ਬੇਦਖਲ ਵੀ ਕੀਤਾ ਹੋਇਆ ਔਰ ਸਾਰੇ ਸਬੂਤ ਤੇਰੇ ਖਿਲਾਫ ਹੈ। ਆਪਣੀ ਮਾਂ ਤੋਂ ਇਹਨਾਂ ਨੇ ਜਗ੍ਹਾ ਮੁੱਲ ਲਈ ਹੋਈ ਹੈ, ਮੁੱਲ ਲੈ ਲਈ ਸੀ ਉਹਨਾਂ ਨੇ, ਮੁੱਲ ਨਹੀਂ ਸੀ ਲੈ ਲਈ ਉਹਨਾਂ ਨੇ, ਜਾਣ ਬੁੱਝ ਕੇ ਆਪਣੇ ਨਾਂ ਕਰਾ ਲਈ ਸੀ ਵੀ ਕੁਛ ਨਾ ਕੁਛ ਕਾਰਨ ਬਣੂਗਾ ਇਹ, ਕਿਉਂਕਿ ਮੈਂ ਅੰਮ੍ਰਿਤ ਛਕ ਲਿਆ ਸੀ। ਤੋਂ ਬਾਅਦ ਫਿਰ ਮੈਨੂੰ ਜੱਜ ਨੇ ਕਿਹਾ ਵੀ ਜਾਂ ਤਾਂ ਛੱਡ ਦੇ ਘਰ, ਜਾਂ ਫਿਰ ਤੂੰ ਐਂ ਕਰ ਵੀ ਇਹਨਾਂ ਦੇ ਨਾਲ ਵਿਚਾਰ ਮਿਲਾ ਲੈ। ਵਿਚਾਰ ਤਾਂ ਨਹੀਂ ਮੈਂ ਕਿਹਾ ਜੀ ਮਿਲਣੇ ਵੀ ਸਾਡੇ। ਕਹਿੰਦਾ ਫਿਰ ਮਕਾਨ ਛੱਡ ਦੇ। ਪਿੰਡ ਵਾਲੇ ਬੰਦਿਆਂ ਨੇ ਵੀ ਕਿਹਾ, ਪੰਚਾਇਤ ਨੇ, ਵੀ ਹੁਣ ਤੂੰ ਮਕਾਨ ਛੱਡ ਦੇ। ਫਿਰ ਮੈਂ 1 ਸਾਲ ਤੋਂ ਘੱਟ ਹੀ ਪਿੰਡ 'ਚ ਕਿਰਾਏ 'ਤੇ ਰਿਹਾ ਆਪਣੇ ਪਿੰਡ 'ਚ ਆਪਣੇ ਪਿਤਾ ਦੇ ਸਾਹਮਣੇ ਕਿਰਾਏ 'ਤੇ ਰਹੇ। ਬਾਈ ਜੀ ਇੰਨਾ ਕੁਛ ਹੋ ਗਿਆ, ਝਗੜੇ ਹੋਏ, ਪਿਤਾ ਨੇ ਵਿਰੋਧ ਕੀਤਾ, ਅੰਮ੍ਰਿਤਪਾਨ ਕਰਨ ਦਾ ਵਿਰੋਧ ਕੀਤਾ, ਆਪਣੇ ਪੋਤਿਆਂ ਤੋਂ ਪੋਤੇ ਪੋਤੀਆਂ ਤੋਂ ਮੰਜੇ ਜਿਹੜੇ ਨੇ ਚੱਕ ਕੇ ਬਾਹਰ ਸੁੱਟਤੇ, ਇੰਨਾ ਕੁਛ ਹੋਇਆ। ਮਾਤਾ ਜੀ ਨੇ ਨਹੀਂ ਕੁਛ ਕਿਹਾ? ਮਾਤਾ ਜੀ ਨੇ ਪਿਤਾ ਜੀ ਨੂੰ ਨਹੀਂ ਸਮਝਾਇਆ ਜਾਂ ਤੁਹਾਨੂੰ ਨਹੀਂ ਕੁਛ ਕਿਹਾ ਇੱਦਾਂ ਦਾ? ਮਾਤਾ ਸਾਡੀ ਸ਼ੁਰੂ ਤੋਂ ਨਹੀਂ ਸੀ ਬੋਲਦੀ। ਪਿਤਾ ਜੀ ਬਹੁਤੇ ਰੂਡ ਸੀਗੇ, ਬਹੁਤੇ ਅੜਬ ਸੀਗੇ, ਅੜਬ ਸੀਗੇ ਨਹੀਂ ਹੈ ਹਲੇ ਵੀ। ਉਹ ਵਿਚਾਰੀ ਨਹੀਂ ਕਦੇ ਉਹਨਾਂ ਦਾ ਵਿਰੋਧ ਨਹੀਂ ਕਰ ਪਾਈ, ਸਾਰੀ ਉਮਰ ਉਹਨਾਂ ਨੇ ਵਿਰੋਧ ਨਹੀਂ ਕੀਤਾ। ਉਹ ਕਹਿੰਦੀ ਨਹੀਂ ਸੀ, ਕੁਛ ਵੀ ਨਹੀਂ ਸੀ ਉਹਨਾਂ ਨੂੰ ਕਹਿੰਦੀ। ਪਿੱਛੋਂ ਕਹਿੰਦੀ ਹੋਏ ਪਤਾ ਨਹੀਂ, ਪਰ ਸਾਡੇ ਸਾਹਮਣੇ ਉਹਨਾਂ ਨੇ ਕਦੇ ਉਹਦਾ ਐਂ ਨਹੀਂ ਕਿਹਾ ਵੀ ਆਪਣਾ ਬੱਚਾ ਇੱਦਾਂ ਕਰਕੇ, ਜਿਸ ਤਰ੍ਹਾਂ ਬੀਬੀਆਂ ਲੜਦੀਆਂ ਆਪਸ ਦੇ ਵਿੱਚ, ਉਹਨਾਂ ਨੇ ਕਦੇ ਨਹੀਂ। ਬਸ ਚੁੱਪ ਕਰ ਜਾਂਦੀ ਸੀ, ਬਾਹਲੀ ਕਰਦੀ ਸੀ, ਰੋਣ ਲੱਗ ਜਾਂਦੀ ਸੀ, ਬਸ ਜ਼ਿਆਦਾ ਨਹੀਂ ਸੀ ਉਹ ਕੁਛ, ਉਹਨੂੰ ਨਹੀਂ ਸੀ ਕੁਛ, ਕਿਉਂਕਿ ਉਹਦੇ ਹਾਲਾਤ ਇਹੋ ਜਿਹੇ ਬਣ ਜਾਂਦੇ ਤੇ ਉਹ ਐਂ ਲੱਗਦਾ ਤਾ ਵੀ ਉਹਦੇ ਸਾਹਮਣੇ ਜੇ ਕੋਈ ਬੋਲੂਗਾ ਝਾਕਾ ਹੀ ਨਾ ਮਾਰ ਦੇਵੇ ਕੁਛ, ਇੰਨਾ ਸਖਤ ਮਤਲਬ ਸੁਭਾਅ ਆ ਉਹ। ਫਿਰ ਇਸ ਕਰਕੇ ਉਹ ਵਿਚਾਰੀ ਬੋਲਦੀ ਹੋ ਨਹੀਂ ਤੀ। ਉਹ ਬੋਲਦਾ ਤਾਂ ਬਹੁਤ ਜ਼ਿਆਦਾ ਬੋਲਦਾ ਤਾ। ਸਾਡੇ ਫਾਦਰ ਸਾਹਿਬ ਬਹੁਤ ਜ਼ਿਆਦਾ ਬੋਲਦੇ ਆ, ਅੱਜ ਵੀ ਇਸੇ ਤਰ੍ਹਾਂ ਦੇ ਆ ਉਹ, ਅੱਜ ਵੀ ਬਿਲਕੁਲ ਨਹੀਂ ਬਦਲੇ। ਫਿਰ ਮੈਂ ਮਤਲਬ ਉੱਥੋਂ ਕਿਸੇ ਨੇ ਦੱਸ ਪਾਈ ਅਤੇ ਫਿਰ ਇੱਧਰ ਨੂੰ ਕੂਚ ਕਰ ਗਏ ਆਪਾਂ, ਛੱਡ ਕੇ ਪਿੰਡ। ਸਾਲ ਕੁ ਬਾਅਦ ਫਿਰ ਮੈਂ ਇੱਧਰੋਂ ਆ ਗਿਆ ਸੀ। ਹੁਣ ਇੱਥੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਢਾਬੇ ਦੇ ਉੱਪਰ? ਜਾਂ ਮੈਨੂੰ 4ਥਾ ਸਾਲ ਹੈ ਇੱਥੇ ਢਾਬੇ 'ਤੇ। ਚੌਥਾ ਨਹੀਂ, ਸਮਝੋ ਲੋਕਡਾਊਨ ਤੋਂ ਬਾਅਦ ਹੀ ਹੋਇਆ। ਤੀਜਾ ਸਾਲ ਹੈ, 4ਥਾ ਸਾਲ ਚੱਲ ਪਿਆ ਹੁਣ। 3 ਸਾਲ ਹੋ ਗਏ ਆਪਾਂ ਨੂੰ ਇੱਥੇ ਠੀਕ ਰੋਟੀ ਚੱਲ ਰਹੀ ਹੈ ਆਪਣੀ। ਅੱਛਾ, ਇੱਥੇ ਆ ਕੇ ਇਸ ਢਾਬੇ ਦੇ ਵਿੱਚ ਆ ਕੇ ਵੀ ਸੰਘਰਸ਼ ਪਤਾ ਲੱਗਦਾ ਕਿ ਇੱਕ ਛੋਟੇ ਕਮਰੇ ਦੇ ਵਿੱਚ, ਜਿਹੜਾ ਉਹ ਵੀ ਅਸੀਂ ਦਿਖਾਵਾਂਗੇ ਹੈ ਨਾ, ਉਹ ਛੋਟੇ ਕਮਰੇ ਦੇ ਵਿੱਚ ਕਹਿੰਦੇ 4-5 ਬੰਦੇ ਤੁਸੀਂ ਇੱਥੇ ਰਹਿੰਦੇ ਰਹੇ ਹੋ, ਉਹ ਕੀ ਕਹਾਣੀ? ਆਪਾਂ ਜਦੋਂ ਉੱਧਰੋਂ ਆਏ ਹਾਂ ਜੀ, ਲੋਕਡਾਊਨ ਟੁੱਟਣ ਤੋਂ ਬਾਅਦ ਆਪਾਂ ਟੁੱਟ ਗਏ ਬਹੁਤ। ਕਿਰਾਏ 'ਤੇ ਮਕਾਨ ਲੈਣ ਦੀ ਹਿੰਮਤ ਨਹੀਂ ਸੀ ਸਾਡੇ 'ਚ। ਪਹਿਲਾਂ ਵੀ ਕਿਰਾਏ 'ਤੇ ਰਹਿ ਰਹੇ ਸੀਗੇ, ਸਗੋਂ ਸਾਡਾ 2-3 ਜਗ੍ਹਾ ਤੋਂ 3-4 ਜਗ੍ਹਾ ਤੋਂ ਸਮਾਨ ਵੀ ਚੁਕਾਇਆ, ਕਿਉਂਕਿ ਹਾਲਾਤ ਉੱਦਾਂ ਹੀ ਸੀਗੇ ਥੋੜ੍ਹੇ ਜਿਹੇ, ਕਿਰਾਇਆ ਨਹੀਂ ਦੇ ਪਾਉਂਦੇ, ਕਿਰਾਇਆ ਨਹੀਂ ਦੇ ਪਾਏ। ਅਤੇ ਲੋਕਡਾਊਨ ਤੋਂ ਬਾਅਦ ਨਹੀਂ ਅਸੀਂ ਦੇ ਪਾਏ ਕਿਰਾਇਆ ਕਾਫੀ ਦੇਰ।
ਉੱਥੋਂ ਫਿਰ ਸਮਾਨ ਬੜਾ ਔਖਾ ਚੱਕਿਆ, ਕਿਉਂਕਿ ਇੱਥੇ ਹਾਲਾਤ ਉੱਦਾਂ ਦੇ ਬਣ ਗਏ, ਬਜਟ ਨਹੀਂ ਸੀ ਬਣਦਾ ਕਿਰਾਇਆ ਦੇਣ ਦਾ। ਫਿਰ ਅਸੀਂ ਫੈਸਲਾ ਕਰ ਲਿਆ ਵੀ ਆਪਾਂ ਨੇ ਮਕਾਨ ਕਿਰਾਏ 'ਤੇ ਨਹੀਂ ਲੈਣਾ, ਇੱਥੇ ਹੀ ਰਹਿਣਾ, ਵੀ ਹਾਲੇ ਜਦ ਤੱਕ ਆਪਾਂ 2 ਪੈਸੇ ਕਿਰਾਏ ਵਾਲੇ ਕੱਢ ਨਹੀਂ ਸਕਦੇ ਇਹਦੇ 'ਚੋਂ। ਬਸ 2.5 ਸਾਲ ਆਪਾਂ ਇੱਥੇ ਰਹੇ, ਦੁਕਾਨ ਦੇ ਉੱਪਰ। ਉਹ ਤੋਂ ਬਾਅਦ ਫਿਰ 6 ਮਹੀਨੇ ਸਾਨੂੰ ਜਦੋਂ ਲੱਗਿਆ ਵੀ ਹਾਂ ਹੁਣ ਆਪਾਂ ਕਿਰਾਇਆ ਦੇ ਸਕਦੇ ਹਾਂ ਇੰਨਾ ਕੁ, ਕਿਸ਼ਤਾਂ ਦੇ ਵਿੱਚ 2-3 ਕਿਸ਼ਤਾਂ 'ਚ ਦੇ ਦਿੰਦੇ, ਚਲੋ ਮੰਨ ਲਓ ਕਈ ਵਾਰੀ ਹੈ ਨਾ ਉੱਪਰ ਥੱਲੇ ਕਰਕੇ, ਪਰ ਕੱਢ ਦਿੰਦੇ ਹਾਂ ਕਿਰਾਇਆ ਅਸੀਂ। 6,000 ਕਿਰਾਇਆ ਹੈ ਮਕਾਨ ਦਾ। ਅਤੇ ਫਿਰ ਅਸੀਂ ਹੁਣ ਮਕਾਨ 'ਤੇ ਕਿਰਾਏ 'ਤੇ ਮਕਾਨ ਲਿਆ। ਅੱਛਾ ਜੀ, ਤੁਸੀਂ ਜਿਹੜਾ ਇਹ ਢਾਬਾ ਸ਼ੁਰੂ ਕੀਤਾ ਲੋਕਡਾਊਨ ਤੋਂ ਪਹਿਲਾਂ ਕੀਤਾ ਤੁਸੀਂ ਨੇ ਇਹ ਢਾਬਾ? ਲੋਕਡਾਊਨ ਦੇ ਵਿੱਚ ਹੀ ਕੀਤਾ, ਪਹਿਲੇ ਲੋਕਡਾਊਨ ਦੇ ਅੰਦਰ ਕੀਤਾ। ਅੱਛਾ, ਪਹਿਲੇ ਲੋਕਡਾਊਨ ਲੱਗ ਗਿਆ ਸੀ ਤੋਂ ਬਾਅਦ ਕੀਤਾ। ਅੱਛਾ, ਉਸ ਦੌਰਾਨ ਤਾਂ ਜੀ ਸਖਤਾਈ ਬਹੁਤ ਸੀ, ਫਿਰ ਕਿਵੇਂ ਢਾਬਾ, ਇੱਕ ਤਾਂ ਨਵਾਂ ਕੰਮ, ਕਹਿੰਦੇ ਵੀ ਨਵਾਂ ਕੰਮ ਤਾਂ ਵੈਸੇ ਹੀ ਚਲਾਉਣਾ ਔਖਾ ਹੋ ਜਾਂਦਾ, ਲੋਕਡਾਊਨ ਦੇ ਵਿੱਚ ਫਿਰ ਕਿਵੇਂ ਚਲਾਇਆ ਤੁਸੀਂ ਨੇ ਇਹ ਢਾਬਾ? ਦਿੱਕਤਾਂ ਬਹੁਤ ਆਈਆਂ ਲੋਕਡਾਊਨ 'ਚ, ਕਿਉਂਕਿ ਢਾਬੇ ਦਾ ਟਾਈਮ ਹੁੰਦਾ ਸਾਡਾ ਰੋਟੀ ਦਾ ਤਕਰੀਬਨ 6 ਵਜੇ ਤੋਂ ਬਾਅਦ, ਔਰ 6 ਵਜੇ ਤੋਂ ਬਾਅਦ ਪੁਲਿਸ ਕਹਿੰਦੀ ਸੀ ਵੀ ਢਾਬੇ ਬੰਦ ਕਰ ਦਿਓ 6-7 ਵਜੇ ਤੋਂ ਬਾਅਦ। ਦਿਨ ਦੇ ਵਿੱਚ ਇੱਥੇ ਕੰਮ ਹੈ ਨਹੀਂ, ਕਿਉਂਕਿ ਪੀਜੀਆਂ ਦੇ ਵਿੱਚ ਬੱਚੇ ਆ, ਸਵੇਰੇ ਨਿਕਲ ਜਾਂਦੇ ਆ ਬੱਚੇ ਬ੍ਰੇਕਫਾਸਟ ਕਰਕੇ, ਫਿਰ ਉਹ ਸ਼ਾਮ ਨੂੰ ਹੀ ਆਉਂਦੇ ਆ। ਸ਼ਾਮ ਨੂੰ 7 ਵਜੇ 7:30 ਵਜੇ ਤੋਂ ਬਾਅਦ ਕੰਮ ਸ਼ੁਰੂ ਹੁੰਦਾ, ਔਰ ਪੁਲਿਸ ਆ ਕੇ ਬੰਦ ਕਰਾ ਦਿੰਦੀ ਸੀ ਢਾਬੇ 7-6:30 ਵਜੇ ਤੋਂ ਬਾਅਦ। ਅਤੇ ਕਾਫੀ ਦਿੱਕਤ ਆਈ ਸਾਨੂੰ। ਮੈਂ ਕਈ ਵਾਰੀ ਅਸੀਂ ਪੁਲਿਸ ਨੇ ਆਉਣਾ ਇੱਥੇ, ਅਸੀਂ ਕਿਉਂਕਿ ਰਾਸ਼ਨ ਬਣਾ ਲੈਂਦੇ ਸੀ ਅਸੀਂ, ਅਤੇ ਜੇ ਵਿਕੂਗਾ ਤਾਂ ਗੱਲ ਬਣਨੀ ਹੈ, ਨਹੀਂ ਫਿਰ ਅਗਲੇ ਦਿਨ ਖਰਾਬ ਹੋ ਜਾਣਾ। ਹਾਂਜੀ, ਅਤੇ ਪੁਲਿਸ ਵਾਲਿਆਂ ਨੇ ਆ ਕੇ ਬੰਦ ਕਰਾ ਦੇਣਾ। ਅਸੀਂ ਇੱਕ ਵਾਰੀ 1-2 ਵਾਰ ਕਿਹਾ ਵੀ, ਮੈਂ 2-4 ਵਾਰ ਪੁਲਿਸ ਵਾਲਿਆਂ ਨੂੰ 9 ਵਜੇ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਵੀ 9 ਵਜੇ ਤੱਕ ਤੁਸੀਂ ਪੈਕਿੰਗ ਦੇ ਸਕਦੇ ਹੋ, ਪਰ 9 ਵਜੇ ਤੱਕ ਤਾਂ ਪੈਕਿੰਗ ਦੇ ਕੇ ਸਰਦਾ ਨਹੀਂ, ਕਿਉਂਕਿ ਕਈ ਬੰਦਿਆਂ ਦੀ 8 ਵਜੇ ਡਿਊਟੀ ਖਤਮ ਹੋ ਰਹੀ ਹੈ, ਤਕਰੀਬਨ 12 ਘੰਟੇ ਡਿਊਟੀ ਹੈ, ਕਈਆਂ ਦੀ 8 ਤੋਂ 8 ਹੈ, ਕਈਆਂ 7 ਤੋਂ 7 ਹੈ, ਅਗਲੇ ਨਹਾ ਧੋ ਕੇ ਆਉਣਾ, 8 ਵਜੇ ਤੱਕ ਸਾਡਾ ਕੰਮ ਸ਼ੁਰੂ ਹੁੰਦਾ। ਅਤੇ ਉਸ ਟਾਈਮ ਪੁਲਿਸ 9 ਵਜੇ ਆ ਕੇ ਬੰਦ ਕਰਾ ਦਿੰਦੀ ਸੀ, ਅਤੇ ਅਸੀਂ ਫਿਰ ਚੋਰੀ ਚਪੋਰੀ ਦੇਣਾ। ਕਈ ਵਾਰ ਹਾਲਾਤ ਇਹੋ ਜਿਹੇ ਬਣੇ ਵੀ ਇੱਕ ਬੰਦੇ ਨੇ ਉਹ ਪਰਲੇ ਪਾਸੇ ਖੜਨਾ ਵੀ ਗੱਡੀ ਨਾ ਆ ਜੇ ਪੁਲਿਸ ਵਾਲਿਆਂ ਦੀ, ਅਤੇ ਬਾਕੀਆਂ ਨੇ ਇੱਥੇ ਪੈਕਿੰਗ ਕਰਕੇ ਫਟਾਫਟ ਦੇਈ ਜਾਣੀ, ਆ ਜਾਓ ਜਲਦੀ ਆ ਜਾਓ, ਲਾਈਨ 'ਚ ਖੜਾ ਲੈਣੇ ਬੰਦੇ ਵੀ, ਫਟਾਫਟ ਆਓ ਪੈਕਿੰਗ ਲੈ ਲਓ। ਅਤੇ ਜੇ ਕਿਤੇ ਵਾਰ ਪੁਲਿਸ ਨੇ ਆ ਵੀ ਜਾਣਾ, ਫਿਰ ਉੱਥੋਂ ਆਵਾਜ਼ ਮਾਰਨੀ ਵੀ ਆ ਕੇ ਪੁਲਿਸ ਵਾਲੇ ਸ਼ਟਰ ਗੇਰ ਦਿਓ, ਲਾਈਟਾਂ ਬੰਦ ਕਰ ਦਿਓ। ਹਾਂ, ਉਹ ਬੜਾ ਮਤਲਬ ਹਾਸੋਹੀਣਾ, ਹੁਣ ਤਾਂ ਬਹੁਤ ਹਾਸਾ ਆਉਂਦਾ ਉਸ ਗੱਲ ਨੂੰ ਦੇਖ ਕੇ ਵੀ ਕਿੱਦਾਂ ਦੇ ਹਾਲਾਤ ਸੀਗੇ। ਲੁਕਣ ਵਿੱਚ ਹੀ ਖੇਡਣ ਵਾਲਾ ਕੰਮ ਸੀਗਾ ਸਾਡਾ। ਅਤੇ ਇੱਕ ਵਾਰ ਮੈਨੂੰ ਲੈ ਵੀ ਗਏ ਸੀ ਚੱਕ ਕੇ ਰਾਤ ਨੂੰ 9:30 ਵਜੇ। ਥਾਣੇ ਲੈ ਗਏ ਸੀ? ਹਾਂ ਜੀ। ਅੱਛਾ। ਹਾਂ, ਥਾਣੇ ਲੈ ਗਏ ਸੀ ਮੈਨੂੰ ਇਹ ਥਾਣੇ ਵਾਲੇ, ਅਤੇ ਉੱਥੇ ਮੈਨੂੰ ਇਹ ਕਹਿੰਦੇ ਵੀ ਇਹ ਬੰਦ ਨਹੀਂ ਕਰਦਾ ਹੈਗਾ ਢਾਬਾ ਖਾਲਸਾ, ਵੀ ਉਹਨਾਂ ਨੇ ਕਿਹਾ ਵੀ ਤੂੰ ਕਿਉਂ ਨਹੀਂ ਬੰਦ ਕਰਦਾ? ਵੀ ਮੈਂ ਕਿਹਾ ਵੀ ਅਸੀਂ ਕਿਰਾਇਆ ਦੇਣਾ 20,000, ਵੀ ਬਾਕੀ ਖਰਚੇ ਵੀ ਕੱਢਣੇ, ਅਸੀਂ ਕਿਵੇਂ ਬੰਦ ਕਰੀਏ? ਉਹ ਕਹਿੰਦੇ 9 ਵਜੇ ਤੋਂ ਪਹਿਲਾਂ ਵੇਚ ਦਿਓ ਜਿਹੜਾ ਵੇਚਣਾ ਸਮਾਨ। ਮੈਂ ਕਿਹਾ ਆਉਂਦੇ ਹੀ ਨਹੀਂ ਲੋਕ 9 ਵਜੇ ਤੋਂ ਪਹਿਲਾਂ। ਕਹਿੰਦੇ ਨਹੀਂ ਤੁਹਾਨੂੰ ਕਰਨਾ ਪੈਣਾ। ਇਹ ਕਾਫੀ ਸਾਡੀ ਬਹਿਸ ਵੀ ਹੁੰਦੀ ਰਹੀ, ਪਰ ਮੈਂ ਤਕਰੀਬਨ ਮੇਰੇ ਯਾਦ ਨਹੀਂ ਹੈ ਪੂਰੀ ਤਰ੍ਹਾਂ ਵੀ ਮੈਂ ਕਦੇ ਬੰਦ ਕਰਿਆ ਹੋਣਾ। ਮੈਂ ਨਹੀਂ ਬੰਦ ਕਰਿਆ, ਮੈਂ ਚੱਲਦਾ ਰਿਹਾ। ਵੀ ਚੱਲਦਾ ਰਿਹਾ, ਮੈਂ ਚੱਲਦਾ ਰਿਹਾ। ਬਹਿਸ ਵੀ ਹੁੰਦੀ ਰਹੀ ਮੁਲਾਜ਼ਮਾਂ ਨਾਲ ਮੇਰੀ, ਪਰ ਮੇਰੀ ਇਹ ਨਹੀਂ ਮਜਬੂਰੀ ਸੀ। ਮੈਂ ਉਹਨਾਂ ਨਾਲ ਬਹਿਸ ਤਾਂ ਨਹੀਂ ਸੀ ਕਰਨਾ ਚਾਹੁੰਦਾ, ਕਿਉਂਕਿ ਚਲੋ ਉਹ ਮੌਕੇ ਦੀ ਉਹ ਡਿਊਟੀ ਕਰ ਰਹੇ ਆ ਆਪਣੀ, ਹੈ ਨਾ। ਕਈ ਵਾਰੀ ਧੱਕਾ ਵੀ ਹੋ ਜਾਂਦਾ ਤਾਂ ਡਿਊਟੀ ਦੇ ਦੌਰਾਨ, ਕਿਉਂਕਿ ਉਹ ਵੀ ਸਾਡੇ ਵਰਗੇ ਹੀ ਲੋਕ ਨੇ, ਹੈ ਨਾ ਜੀ। ਉਹਨਾਂ ਨੂੰ ਵੀ ਪਤਾ ਵੀ ਇੰਨਾ ਕਿਰਾਇਆ ਦੇਣਾ, ਪਰ ਉਹ ਥੋੜ੍ਹੀ ਸਖਤਾਈ ਜ਼ਿਆਦਾ ਕਰ ਜਾਂਦੇ ਤੇ ਕਈ ਵਾਰੀ। ਪਰ ਮੈਂ ਉਹ ਨਾ ਮੰਨਦਾ ਹੋਇਆ ਮੈਂ ਆਪਣਾ ਕੰਮ ਕਰਦਾ ਰਿਹਾ, ਵੀ ਮੈਂ ਨਹੀਂ ਹਟਿਆ ਹੈ। ਹੁਣ ਵੀ ਮੈਂ ਮਤਲਬ ਜਿਸ ਤਰ੍ਹਾਂ ਕਿ ਕਰਦੇ, ਮੈਂ 3 ਵਜੇ ਤੱਕ ਲੱਗਿਆ ਰਹਿਣਾ। 12 ਵਜੇ 11:30 ਵਜੇ ਸਾਰੀ ਮਾਰਕੀਟ ਬੰਦ ਹੁੰਦੀ ਹੈ। ਇਹ ਤਕਰੀਬਨ ਸਾਰੀ ਦੁਕਾਨਾਂ ਹੀ ਮੇਰੇ ਖਿਆਲ 'ਚ ਇੱਥੋਂ 5-5 ਕਿਲੋਮੀਟਰ ਨੇੜੇ ਤੇੜੇ ਦੀ ਸਭ ਦੁਕਾਨਾਂ ਬੰਦ ਹੁੰਦੀਆਂ, ਇੱਕ ਮੇਰਾ ਢਾਬਾ ਖੁੱਲ੍ਹਾ ਹੁੰਦਾ। ਕੀ ਟਾਈਮਿੰਗ ਕੀ ਹੈ ਜੀ ਢਾਬੇ ਦੀ? ਵੈਸੇ ਤਾਂ ਸਵੇਰੇ 8 ਤੋਂ ਲੈ ਕੇ ਰਾਤ ਨੂੰ 2 ਵਜੇ ਤੱਕ ਹੈ ਮੇਰੀ ਟਾਈਮਿੰਗ, ਪਰ ਅੱਜ ਕੱਲ੍ਹ ਯਾਨੀ ਮੈਂ 1 ਵਜੇ ਤੱਕ ਤਾਂ ਇੱਥੇ ਖਿਲਾ ਸਕਦਾ ਰੋਟੀ। ਉਦੋਂ ਬਾਅਦ ਪੈਕਿੰਗ ਸ਼ੁਰੂ ਹੋ ਜਾਂਦੀ ਹੈ। ਅਸੀਂ ਤਿੰਨੋਂ ਹੀ ਹੈ, ਮੈਂ, ਮੇਰਾ ਬੇਟਾ ਔਰ ਮੇਰੀ ਸਿੰਘਣੀ। ਚੌਥੀ ਬੇਟੀ ਹੈ ਮੇਰੀ, ਉਹ 11 ਵਜੇ ਚੱਲੀ ਜਾਂਦੀ ਹੈ, ਉਹਨੇ ਸਵੇਰੇ ਜਾਣਾ ਹੁੰਦਾ ਡਿਊਟੀ 'ਤੇ। ਹਾਂ, ਉਹ ਜੋਬ ਕਰਦੀ ਹੈ ਸਮਾਜ ਦੇ ਵਿੱਚ, ਉਹ ਚਲੀ ਜਾਂਦੀ ਹੈ 11 ਵਜੇ। ਬਾਕੀ ਅਸੀਂ ਤਾਂ ਫਿਰ ਤੜਕੇ ਨੂੰ 3 ਇੱਥੇ ਕਈ ਵਾਰੀ ਹੁਕਮਨਾਮਾ ਵੀ ਹੋ ਲੈਂਦਾ। ਹਾਂ, 4 ਵਜੇ। ਹੁਣ ਰਾਤ ਅਸੀਂ 5 ਵਜੇ ਹੀ ਗਏ ਹੈ, ਕੰਮ ਨਿਬੜਿਆ ਨਹੀਂ ਸਾਡੇ ਕੋਲ। 3 ਬੰਦਿਆਂ ਕੋਲ ਕੰਮ ਆਉਂਦਾ ਨਹੀਂ, ਕਾਬੂ ਨਹੀਂ ਆਉਂਦਾ, ਅਤੇ ਸਾਨੂੰ ਟਾਈਮ ਜ਼ਿਆਦਾ ਲੱਗ ਜਾਂਦਾ ਇੱਥੇ। ਔਰ 2 ਕਾਰਨ ਇਹਦੇ, ਇੱਕ ਤਾਂ ਟਾਈਮ ਜ਼ਿਆਦਾ ਲੱਗ ਜਾਂਦਾ ਇਸ ਕਰਕੇ ਵੀ ਅਸੀਂ ਬੰਦੇ 3 ਹੈ, ਦੂਜਾ ਸਾਡੀ ਮਜਬੂਰੀ ਹੈ,
ਅਸੀਂ ਚਾਹੁੰਦੇ ਹਾਂ ਵੀ ਚੱਲ 2 ਪੈਸੇ ਹੋਰ ਬਣ ਜਾਣ, ਕਿਉਂਕਿ ਅਸੀਂ ਮਕਾਨ ਬਾਰੇ ਸੋਚ ਰਹੇ ਹਾਂ ਵੀ ਜੇ 2 ਪੈਸੇ ਇਕੱਠੇ ਕਰੂੰਗੇ, ਜੇ 2 ਸਾਲ 3 ਸਾਲ 'ਚ ਸਾਡੇ ਕੋਲ ਥੋੜ੍ਹੇ ਪੈਸੇ ਇਕੱਠੇ ਹੋਏ, ਥੋੜ੍ਹਾ ਲੋਨ ਕਰਾ ਕੇ ਅਸੀਂ ਛੋਟਾ ਜਿਹਾ ਕੋਈ ਮਕਾਨ ਫਸਾ ਲਈਏ। ਬੱਚੇ ਵੀ ਜਵਾਨ ਹੈ, ਵਿਆਹ ਵੀ ਕਰਨੇ ਇਹਨਾਂ ਦੇ, ਹੈ ਨਾ ਜੀ। ਉਸ ਸੋਚ ਨੂੰ ਲੈ ਕੇ ਅਸੀਂ ਫਿਰ ਵੱਧ ਟਾਈਮ ਲਾਉਂਦੇ ਹਾਂ ਇੱਥੇ। ਆਪਣੀ ਨੀਂਦ ਦਾ ਵੀ ਬਹੁਤਾ ਪਰਵਾਹ ਨਹੀਂ ਕਰਦੇ। ਨੀਂਦ, ਹਾਂ, ਥੱਕ ਜਾਂਦੇ, ਟੁੱਟ ਜਾਂਦੇ ਹਾਂ ਅਸੀਂ ਬਹੁਤ, ਲੱਤਾਂ ਘੜੀਸ ਤੁਰਦੇ ਹਾਂ ਅਸੀਂ। ਜਦੋਂ 1-1:30 ਵੱਜ ਜਾਵੇ, ਸਿੰਗੜੀ ਵੀ ਸਰੀਰ ਥੋੜ੍ਹਾ ਜਿਹਾ ਭਾਰਾ ਹੋਣ ਕਰਕੇ ਤਕਲੀਫ ਮਹਿਸੂਸ ਕਰਦੀ ਹੈ, ਪਰ ਉਹ ਵਿਚਾਰੀ ਆਪਣਾ ਲੱਗੀ, ਉਹਨੂੰ ਵੀ ਲਾਲਚ ਹੈ ਵੀ ਚਲੋ 2 ਪੈਸੇ ਬਣਦੇ ਹੈ, ਬਣ ਜਾਏਗਾ। ਹਾਂ, 2-3 ਸਾਲ 'ਚ ਥੋੜ੍ਹਾ ਇਕੱਠਾ ਕਰਕੇ ਅਸੀਂ ਕੋਈ ਛੋਟਾ ਮੋਟਾ ਮਕਾਨ ਫਸਾ ਲੂੰਗੇ। ਅੱਛਾ ਜੀ, ਹੁਣ ਤੁਸੀਂ ਨੇ ਐਡਾ ਸੰਘਰਸ਼ ਕੀਤਾ, 4 ਬੱਚੇ ਪੜ੍ਹਾਏ, ਉਹਨਾਂ ਨੂੰ ਇਸ ਕਾਬਲ ਬਣਾਇਆ, ਬੇਟੀ ਜੌਬ ਕਰ ਰਹੀ ਹੈਗੀ ਹੈ ਨਾ, ਬੇਟਾ ਤੁਹਾਡੇ ਨਾਲ ਹੈਲਪ ਕਰਦਾ ਹੈਗਾ, ਕਾਬਲ ਬਣਾਇਆ। ਉਸ ਪਿਤਾ ਦਾ ਹਾਲੇ ਦਿਲ ਕੋਈ ਪਸੀਜਿਆ? 22-23 ਸਾਲ ਹੋ ਚੁੱਕੇ ਨੇ ਤੁਹਾਨੂੰ ਅੰਮ੍ਰਿਤ ਦੀ ਦਾਤ ਜਿਹੜੀ ਆ ਹਾਸਲ ਕੀਤੀ ਨੂੰ। ਇਸ 22-23 ਸਾਲ ਦੇ ਸਮੇਂ ਦੇ ਵਿੱਚ ਤੁਸੀਂ ਨੇ ਮੁਸ਼ਕਲਾਂ ਦੇਖੀਆਂ, ਉਸ ਪਿਤਾ ਦੇ ਉੱਪਰ ਕੋਈ ਫਰਕ ਪਿਆ? ਨਹੀਂ, ਉਹ ਤਾਂ ਅੱਜ ਵੀ ਕਈ ਵਾਰ ਜੇ ਪਤਾ ਲੱਗ ਜਾਂਦਾ, ਮੇਰਾ ਕਿਸੇ ਤੀਜੇ ਬੰਦੇ ਤੋਂ ਪਤਾ ਲੱਗ ਜੇ ਵੀ ਉਹ ਆਇਆ ਸੀ ਇੱਥੇ, ਅੱਜ ਵੀ ਉਹ ਮੇਰੇ ਯਾਨੀ ਛੋਟੇ ਭਰਾ ਨਾਲ ਲੜ ਪੈਂਦਾ ਵੀ ਉਹ ਆਇਆ ਤਾਂ ਤੁਸੀਂ ਬਾੜਿਆ ਉਹਨੂੰ ਘਰੇ, ਇੱਦਾਂ ਕਰਕੇ। ਅੱਛਾ, ਮਤਲਬ ਹੈ ਨਹੀਂ, ਕਿਉਂਕਿ ਜਿਹੜੀ ਅੰਦਰ ਗੱਲ ਹੈ ਨਾ ਜੀ, ਇਹ ਜਿਹੜਾ ਧਾਰਮਿਕ ਮਾਮਲਾ ਹੁੰਦਾ, ਇਹ ਹੁੰਦਾ ਹੀ ਇਹੋ ਜਿਹਾ। ਇਹਦੇ 'ਚ ਬੰਦਾ ਥਿਰਕਦਾ ਨਹੀਂ ਹੁੰਦਾ। ਜਿਸ ਤਰ੍ਹਾਂ ਮੈਂ ਨਹੀਂ ਹੁਣ ਆਪਣੀ ਜਗ੍ਹਾ ਤੋਂ ਹਿੱਲਿਆ, ਜੇ ਮੈਂ ਨਹੀਂ ਹਿੱਲਿਆ ਮੈਂ ਸਮਝ ਸਕਦਾ ਵੀ ਉਹ ਨਹੀਂ ਹਿੱਲ ਸਕਦਾ। ਜੇ ਮੈਂ ਨਹੀਂ ਹਿੱਲਿਆ, ਮੈਂ ਵੀ ਉੱਥੇ ਖੜ੍ਹਾ ਜਿਹੜੇ ਮੋੜ 'ਤੇ ਉਹਨੇ ਮੈਨੂੰ ਛੱਡਿਆ ਸੀ, ਫਿਰ ਉਹ ਵੀ ਆਪਣੀ ਜਗ੍ਹਾ ਖੜ੍ਹਾ ਆਪਣੇ ਮੋੜ 'ਤੇ, ਕਿਉਂਕਿ ਮੈਂ ਉਹਦਾ ਬੇਟਾ, ਉਹ ਮੇਰਾ ਬਾਪ ਹੈ, ਅੜਬਾਈ, ਹਾਂ ਬਰਾਬਰ ਬਲੱਡ ਹੈ। ਉਹ ਕਹਿੰਦਾ ਮੈਂ ਆਪਣੀ ਜਗ੍ਹਾ ਤੋਂ ਨਹੀਂ ਹਿੱਲਦਾ, ਪਰ ਮੈਨੂੰ ਇੰਨਾ ਭਰੋਸਾ ਵੀ ਜੋ ਮੈਂ ਰਸਤਾ ਅਪਣਾਇਆ, ਮੈਂ ਰਸਤਾ ਸਹੀ ਅਪਣਾਇਆ, ਯਾਨੀ ਮੈਂ ਇਸ ਵਿਸ਼ਵਾਸ 'ਤੇ ਖੜ੍ਹਾ, ਹਾਂ, ਇਸ ਫੈਸਲੇ ਸੰਤੁਸ਼ਟ ਹਾਂ, ਔਰ ਮੈਨੂੰ ਭਰੋਸਾ ਹੈ ਮਹਾਰਾਜ 'ਤੇ ਬਹੁਤ। ਅੱਛਾ ਜੀ, ਜੇ ਵੀਡੀਓਜ਼ ਤੁਹਾਡੀਆਂ ਕਾਫੀ ਆਉਂਦੀਆਂ ਨੇ, ਜੇ ਉਹ ਪਿਤਾ ਜਿਹੜਾ ਅੱਜ ਆਪਣੇ ਪੁੱਤ ਦੀ ਇਹ ਵੀਡੀਓ ਦੇਖਦਾ, ਉਹ ਕਹਿੰਦਾ ਕਿ ਚਲੋ ਤੁਸੀਂ ਆਪਣਾ ਪਰਿਵਾਰ ਚਲਾ ਰਹੇ ਹੋ, ਤੁਸੀਂ ਗੁਰੂ ਦੇ ਜਹਾਜ਼ੇ ਜਿਹੜਾ ਚੜ੍ਹੇ ਹੋ, ਤੁਸੀਂ ਇਸੇ ਸਰੂਪ ਦੇ ਵਿੱਚ ਆ ਜਾਓ, ਮੈਂ ਤੁਹਾਨੂੰ ਅਪਣਾਉਣ ਦੇ ਲਈ ਤਿਆਰ ਹਾਂ, ਜਾਓਗੇ? ਉਹ ਕਹੂੰਗੇ ਨਹੀਂ। ਜੇ ਕਹਿ ਦਿੰਦੇ ਨੇ ਤੁਸੀਂ ਜਾਓਗੇ? ਐਕਚੁਅਲੀ ਪਹਿਲਾਂ ਇੱਕ ਵਾਰ ਮੈਂ ਇਹ ਐਕਸਪੀਰੀਅੰਸ ਕਰ ਚੁੱਕਿਆ। ਇਹ ਐਕਸਪੀਰੀਅੰਸ 2010 'ਚ ਹੋ ਚੁੱਕਾ ਸਾਡਾ। ਰਿਸ਼ਤੇਦਾਰਾਂ ਨੇ ਇਕੱਠੇ ਕਰਕੇ ਇਹ ਕਹਿ ਦਿੱਤਾ ਸੀਗਾ ਵੀ ਚਲੋ ਤੁਸੀਂ ਇੱਦਾਂ ਕਰਕੇ ਵੀ ਹੁਣ ਮੰਨ ਗਏ ਹੈ ਵੀ ਹੁਣ ਮੌਕਾ ਵੀ ਹੈ ਨਾ, ਵੀ ਤੁਹਾਨੂੰ ਆਪਣਾ ਹਿੱਸਾ ਮਿਲ ਜਾਊਗਾ। ਵੀ ਮੈਂ ਜਾ ਲਿਆ ਇੱਕ ਵਾਰੀ, ਕੰਮ ਵੀ ਕਰਿਆ ਉੱਥੇ, ਬਹੁਤ ਕੰਮ ਕਰਿਆ ਮੈਂ ਆਪਣਾ, ਮੱਝਾਂ ਮੁੱਝਾਂ ਲੈ ਲਈਆਂ ਸੀ, ਦੁੱਧ ਪਾਉਣ ਲੱਗ ਪਏ, ਕਿਉਂਕਿ ਹੋਰ ਚਲੇ ਗਏ 10 'ਚ, ਹਾਂ 9-10 ਦੇ ਵਿੱਚ ਮੈਂ ਚਲਿਆ ਗਿਆ। ਪਰ ਉਹ ਮਤਲਬ ਇੰਨੇ ਸਾਲ, ਉਸ ਟਾਈਮ ਵੀ ਸਮਝੋ 8-10 ਸਾਲ ਹੋ ਗਏ, 6-7 ਸਾਲ ਹੋ ਚੁੱਕੇ ਸੀ ਮੈਨੂੰ। 4 'ਚ ਆਏ ਸੀ ਅਸੀਂ, 6 ਸਾਲ ਹੋ ਚੁੱਕੇ ਸੀ ਸਾਨੂੰ। ਵਕਫਾ ਕਾਫੀ ਹੁੰਦਾ 6 ਸਾਲ ਦਾ, ਸਮਝਣ ਵਾਸਤੇ, ਭਤੀਜਣ ਵਾਸਤੇ, ਜਾਂ ਇੱਕ ਦੂਜੇ ਤੋਂ ਵਿਛੜੇ ਹੋਏ ਦੁਬਾਰਾ ਮਿਲਣ ਵਾਸਤੇ ਲਈ ਇਹ ਵਕਫਾ ਕਾਫੀ ਹੁੰਦਾ। ਪਰ ਉਹ ਉਸ ਟਾਈਮ ਵੀ ਉੱਥੇ ਹੀ ਖੜ੍ਹੇ ਸੀ। ਹੁਣ ਮੈਂ ਮਤਲਬ ਚਾਂਸ ਨਹੀਂ ਇਹ ਦੇਣਾ ਚਾਹੁੰਦਾ, ਕਿਉਂਕਿ ਹੁਣ ਮੇਰੇ ਕੋਲ ਕੰਮ ਹੈ। ਅੱਜ ਇਹ ਸਾਰਾ ਕੁਝ ਛੱਡ ਕੇ ਮੈਂ ਉਹਨਾਂ ਦੇ ਫਿਰ ਦੁਬਾਰਾ ਪਹੁੰਚਾਂ, ਫਿਰ ਦੁਬਾਰਾ ਉਹ 2 ਸਾਲ ਤੱਕ ਮੈਨੂੰ ਲੱਤ ਮਾਰਨ, ਦੁਬਾਰਾ ਖੜ੍ਹੇ ਹੋਣ ਦੀ ਹਿੰਮਤ ਨਹੀਂ ਹੁਣ ਹੈ। ਕਿਉਂਕਿ ਕਿਉਂਕਿ ਸਾਨੂੰ ਪਤਾ ਹੁੰਦਾ ਆਪਣੇ ਬੰਦੇ ਦਾ ਵੀ ਇਹ ਕਿੱਥੇ ਕੁ ਵਰਤੂਗਾ। ਅਤੇ ਜੇ ਹੁਣ ਦੁਬਾਰਾ ਉਹਨਾਂ ਨੇ ਕੋਈ ਮਤਲਬ ਇੱਦਾਂ ਦਾ ਵਿਚਾਰ ਬਣਾ ਤਿਆ ਵੀ ਬੁਲਾ ਲਏ ਅਤੇ ਮੈਂ ਕੰਮਕਾਰ ਛੱਡ ਕੇ ਇੱਥੋਂ ਜਾਵਾਂ, ਅਤੇ ਫਿਰ ਦੁਬਾਰਾ ਕਦੇ ਮੌਕਾ ਲੱਗੇ, ਹੁਣ ਫਿਰ ਉੱਠਣ ਦੀ ਹਿੰਮਤ ਨਹੀਂ ਹੈ ਨਾ, ਹੁਣ ਨਹੀਂ ਜਾਊਂਗੇ। ਕਿਉਂਕਿ ਮੈਂ ਹੁਣ ਮਸਾਂ ਤਾਂ ਆਪਾਂ ਪੈਰ ਯਾਨੀ ਰੋਟੀ ਖਾਂਦੇ ਹੋਏ ਹੈ, ਫਿਰ ਹੁਣ ਆਪਣੀ ਰੋਟੀ ਛੱਡ ਕੇ ਫਿਰ ਦੁਬਾਰਾ ਪਹੁੰਚੀਏ, ਵੀ ਮੈਂ ਮਤਲਬ ਮੇਰੀ ਸਿਆਣਪ ਨਹੀਂ ਸਮਝੂਗਾ। ਅੱਛਾ ਸਿੰਘ ਸਾਹਿਬ, ਤੁਸੀਂ ਢਾਬਾ ਚਲਾ ਰਹੇ ਹੋ, ਟਾਈਮਿੰਗ ਤੁਸੀਂ ਨੇ ਦੱਸੀ, ਇੱਕ ਵਾਰੀ ਐਡਰੈਸ, ਕਿਉਂਕਿ ਅੱਜ ਕੱਲ੍ਹ ਚੱਲ ਵੀ ਰਿਹਾ ਕਿ ਆ ਜਾਓ ਆਪਣਿਆਂ ਦੀ ਬਾਂਹ ਫੜੀਏ। ਤੁਹਾਡੇ ਕੋਲ ਕੋਈ ਆਉਣਾ ਚਾਹਵੇ, ਤੁਹਾਡੇ ਤੱਕ ਕੋਈ ਪਹੁੰਚਣਾ ਚਾਹਵੇ, ਆਪਣਾ ਇੱਕ ਵਾਰੀ ਐਡਰੈਸ ਆਪਣੀ ਜ਼ੁਬਾਨੀ ਜ਼ਰੂਰ ਦੱਸੋ। ਇਹ ਪਿੰਡ ਸੁਹਾਣਾ ਜੀ, ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਹੈ। ਖਾਲਸਾ ਢਾਬਾ ਨਾਂ 'ਤੇ ਆਪਾਂ ਨੇ ਢਾਬਾ ਕਰਿਆ ਹੋਇਆ, ਅਤੇ ਨੰਬਰ ਮੇਰਾ ਹੈਗਾ 98 899 98 130 98 88 99 81 30। ਮਤਲਬ ਇਹ ਨੰਬਰ ਹੈ ਮੇਰਾ। ਕੋਈ ਮਿਲਣਾ ਚਾਹੁੰਦਾ, ਵੈਸੇ ਮੈਂ ਮਤਲਬ ਇਹ ਚਾਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਕੋਈ ਅਸੀਸ ਦੇਣ, ਕੋਈ ਪ੍ਰੇਮ ਨਾਲ ਆਉਣਾ ਚਾਹੁੰਦਾ ਹੋਏ,
ਮਤਲਬ ਆ ਸਕਦਾ ਜਿਵੇਂ ਸਦਕੇ ਹੈ ਨਾ। ਮਤਲਬ ਮੈਂ ਐ ਨਹੀਂ ਹੈ ਵੀ ਮਤਲਬ ਮੈਂ ਕੋਈ ਮੰਗਣ ਵਾਸਤੇ ਕੋਈ ਗੱਲ ਕਰ ਰਿਹਾ, ਨਾ ਨਾ, ਮਹਾਰਾਜ ਰਹਿਮਤ ਕਰੇ ਹੈ ਨਾ ਜੀ। ਬਸ ਆ ਕੇ ਰੋਟੀ ਖਾ ਜਾਓ ਇੱਕ ਵਾਰ। ਮਾਂ ਅਸੀਸਾਂ ਦਿਓ, ਪਿਆਰ ਦਿਓ, ਪ੍ਰੇਮ, ਮਤਲਬ ਕਹਿ ਸਕਦਾ ਮੈਂ। ਮਤਲਬ ਮੈਨੂੰ ਮੰਗ ਕੋਈ ਨਹੀਂ ਮੇਰੀ ਹੈ। ਮਤਲਬ ਜੇ ਕੋਈ ਸੋਚਦਾ ਹੋਵੇ ਵੀ ਮੰਗਣ ਦਾ ਮਾਰਿਆ ਕਰਦਾ ਨਾ, ਮੈਂ ਕਿਉਂਕਿ ਸਿੱਖ ਦਾ ਧਰਮ ਨਹੀਂ ਹੈ ਮੰਗਣਾ, ਔਰ ਮੈਂ ਨਹੀਂ ਚਾਹੁੰਦਾ ਵੀ ਮਤਲਬ ਇਸ ਤਰੀਕੇ ਉਹ ਲੈ ਕੇ ਆਵੇ, ਪ੍ਰੇਮ ਨਾਲ ਆਵੇ ਕੋਈ ਜੀ ਸਦਕੇ ਆਪਾਂ ਮਤਲਬ ਸਤਿਕਾਰ ਹੈ ਉਹਨਾਂ ਦਾ, ਹਰ ਇੱਕ ਬੰਦੇ ਦਾ ਸਤਿਕਾਰ ਹੈ। ਸਿਰ ਤੇ ਬਿਠਾਵਾਂਗੇ, ਅੱਖਾਂ 'ਤੇ ਬਿਠਾਵਾਂਗੇ ਉਹਨੂੰ। ਬਹੁਤ ਬਹੁਤ ਸ਼ੁਕਰੀਆ ਸਿੰਘ ਸਾਹਿਬ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਹਿੰਮਤ, ਹੌਸਲਾ ਤੇ ਜਜ਼ਬਾ, ਇਹ ਕਹਾਣੀ ਦੇ ਵਿੱਚ ਤਿੰਨੇ ਪਹਿਲੂ ਦੇਖਣ ਨੂੰ ਮਿਲਦੇ ਨੇ। ਕਿੱਦਾਂ ਪਿਤਾ ਦੇ ਵੱਲੋਂ ਨਕਾਰੇ ਜਾਣ ਤੋਂ ਬਾਅਦ ਇੱਕ ਪੁੱਤ ਦੇ ਵੱਲੋਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਹਿੰਮਤ ਨਹੀਂ ਹਾਰੇਗੀ, ਬਲਕਿ ਇੱਕ ਜ਼ਿੰਦਗੀ ਦਾ ਨਵਾਂ ਸੰਘਰਸ਼ ਜਿਹੜਾ ਵਿੱਢ ਦਿੱਤਾ ਗਿਆ। ਗੁਰਦੁਆਰਾ ਸੋਹਾਣਾ ਸਾਹਿਬ, ਜ਼ਿਲ੍ਹਾ ਮੋਹਾਲੀ, ਪਿੰਡ ਸੋਹਾਣਾ ਦੇ ਬਿਲਕੁਲ ਨਾਲ ਖਾਲਸਾ ਢਾਬਾ ਨਾਮ ਤੇ ਇਹ ਸਿੰਘ ਸਾਹਿਬ ਜਿਹੜੇ ਨੇ ਆਪਣਾ ਕਾਰੋਬਾਰ ਚਲਾਉਂਦੇ ਨੇ। ਇਹਨਾਂ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ, ਸਿੱਖ ਦਾ ਧਰਮ ਮੰਗਣਾ ਨਹੀਂ, ਸਿੱਖ ਆਪਣੀ ਕਿਰਤ ਕਰਦਾ। ਕਿਰਤ ਕਰ ਰਹੇ ਨੇ। ਇੱਕ ਵਾਰੀ ਲੰਘਦੇ ਵੜਦੇ ਇਹਨਾਂ ਦੇ ਇਸ ਢਾਬੇ ਦੇ ਵਿੱਚ ਜ਼ਰੂਰ ਆ ਕੇ ਜਾਇਓ। ਜਿੱਦਾਂ ਅੱਜ ਕੱਲ੍ਹ ਮੁਹਿੰਮ ਵੀ ਚੱਲਦੀ ਆ ਕਿ ਆਜੋ ਆਪਣਿਆਂ ਦੀ ਬਾਂਹ ਫੜੀਏ, ਆਜੋ ਫਿਰ ਸਿੰਘ ਸਾਹਿਬ ਦੀ ਬਾਂਹ ਫੜੀਏ। ਕੈਮਰਾਮੈਨ ਸਾਥੀ ਸਿੰਘਦੀਪ ਦੇ ਨਾਲ ਸੰਸਾਰਦੀਪ ਸਿੰਘ, RMB ਟੈਲੀਵਿਜ਼ਨ, ਸੋਹਾਣਾ।